श्री हरे कृष्ण ते आए, वाहिगुरु जी श्री हरे कृष्ण ते आए। जिसे डिठे सब दुख जाए जाए, श्री हरे कृष्ण ते आए, जपो श्री हरे कृष्ण ते आए, जपो श्री हरे कृष्ण ते आए। वड्डा तेरा दरबार, सच्चा तुद तख्त, सिर शाह पातशाह, नह चल चौर छत, पौड़ी वड्डू वड्डा पार तेरा मर्तबा। रंग प्रगनिक जवन करतवा, जे अंदर जो सब जान ला, सब तेरे वास्ते तेरा कर भला, तेरे कारण दुराई तुदकार, मान मत तेज अपना आप जार, सर्व कला भरपूर दे सहजत कथा, नानक दास दा तुद आके बिनवता। तेरा नाम सत है श्री वाहिगुरु। पौड़ी वड़ी वड़ा पार तेरा मर्तबा, रंग प्रगनिक ना जापन करतबा, जे अंदर जियो सब किछ जान ला, सबके तेरे वास तेरा घर भला, तेरा कर आनंद वधाए तुद घर, मान मत तेज अपना आप जार, सर्व कला भरपूर दे सहजत कता, नानक दास दा तुद आगे बिनवता। श्लोक पवन गुरु पाणी पिता माता, तरत महत दिवस रात दुई दाई दाया, खेले सगले जगत, चंगियाइयां बुरियाइयां वाचे तरमै दूर, करमी आपो अपनी के नेड़े के दूर, जिनी नाम तिया गए मुशक्कत काल, नानक ते मुख उजले केते छुटे ना। जिनी नाम ते आया गए मुशक्कत काल, नानक ते मुख उजले केते छुटे ना। वाहिगुरु जी का खालसा, वाहिगुरु जी की फतेह। सत नाम श्री वाहिगुरु। साहिब जी दीन दर्द दुख भंजना, कट कट नाथ अनाथ, शरण तुम्हारी आयो, नानक के प्रभ साथ। दुख भंजन तेरा नाम जी, दुख भंजन तेरा नाम, आठ पहर आराधिए, पूरन सतगुर ज्ञान, नाहौं जति सती नहीं पड़िया, मूरख मुगदा जन्म पया, प्रणवत नानक तिनकी शरणा, जिन तू नाही विसरिया, प्रणवत नानक तिनकी शरणा, जिन
ਤੂ ਨਾਹੀ ਵਿਸਰਿਆ। ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਦਇਆ ਕਰਨੰ ਦੁਖ ਹਰਨੰ ਉਚਰਣੰ ਨਾਮ ਕੀਰਤਨੈ। ਦਿਆਲ ਪੁਰਖ ਭਗਵਾਨੈ ਨਾਨਕ ਲਿਪਤ ਨਾ ਮਾਇਆ। ਦਇਆ ਕਰਨੰ ਦੁਖ ਹਰਨੰ ਉਚਰਣੰ ਨਾਮ ਕੀਰਤਨੈ। ਦਿਆਲ ਪੁਰਖ ਭਗਵਾਨੈ ਨਾਨਕ ਲਿਪਤ ਨਾ ਮਾਇਆ। ਪਾਹੇ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ। ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ। ਪੌੜੀ। ਜਾ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ। ਕੋਟ ਅਗਾ ਗਏ ਨਾਸ਼ ਹਰ ਇੱਕ ਤੇ ਆਇਆ। ਨਿਰਮਲ ਭਏ ਸਰੀਰ ਜਨ ਤੂਰੀ ਨਾਇਆ। ਮਨ ਤਨ ਪਏ ਸੰਤੋਖ ਪੂਰਨ ਪ੍ਰਭ ਪਾਇਆ। ਤਰੇ ਕੁਟੰਬ ਸੰਗ ਲੋਗ ਕੁਲ ਸਭਾਇਆ। ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ। ਤਰੇ ਕੁਟੰਬ ਸੰਗ ਲੋਗ ਕੁਲ ਸਭਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗਿਆ ਟਲ ਚਵਰ ਛਤਰ ਸਿੰਘਾਸਨ ਦੇ ਮਾਲਕ ਧੰਨ ਧੰਨ ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਸਵੇਰ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਅਕਾਲ ਪੁਰਖ ਪਰਮੇਸ਼ਰ ਮਾਲਕ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ।
ਕਿ ਆਪ ਸਭ ਸੰਗਤਾਂ ਨੇ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਨਿੱਘੀ ਗੋਦ ਦੇ ਅੰਦਰ ਜੁੜ ਬੈਠ ਕੇ ਸਤਿਕਾਰਯੋਗ ਭਾਈ ਸਾਹਿਬ ਪਾਸੋਂ ਗੁਰਬਾਣੀ ਦਾ ਹਰ ਜਸ ਕੀਰਤਨ ਰੋਜ਼ਾਨਾ ਦੀ ਤਰ੍ਹਾਂ ਬੜੇ ਪਿਆਰ ਦੇ ਨਾਲ ਸ਼ਰਵਣ ਕੀਤਾ ਹੈ। ਅੱਜ ਦਾ ਜੋ ਇਹ ਪਾਵਨ ਮੁੱਖ ਵਾਕ ਹੈ, ਇਹ ਪਾਵਨ ਸ਼ਬਦ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਸ਼ਲੋਕਾਂ ਦੇ ਸਮੇਤ ਇੱਕ ਵਾਰ ਹੈ ਜੈਤ ਸਰੀ ਰਾਗ ਦੇ ਅੰਦਰ। ਜਿਸ ਰਾਗ ਦੇ ਅੰਦਰ ਅੱਜ ਦਾ ਇਹ ਪਾਵਨ ਮੁੱਖ ਵਾਕ ਦਰਜ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਅੰਗ ਨੰਬਰ 709 ਅਤੇ 10 ਦੇ ਉੱਪਰ ਸੁਭਾਈਮਾਨ ਹੈ। ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਧੰਨ ਸ਼੍ਰੀ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਨੇ ਜਿੱਥੇ ਮਾਇਆ ਦੀ ਗੱਲ ਕਰਨਾ ਕੀਤੀ ਹੈ, ਉੱਥੇ ਨਾਲ ਹੀ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਤ੍ਰਿਸ਼ਨਾ ਰੂਪੀ ਅੱਗ ਦੀ ਵੀ ਗੱਲ ਕਰਨਾ ਕੀਤੀ ਹੈ। ਸਤਿਗੁਰੂ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਪੌੜੀ ਦੇ ਵਿੱਚ ਵਿਚਾਰ ਬਖਸ਼ਿਸ਼ ਕਰਦੇ ਨੇ ਵੀ ਜਿਸ ਦੇ ਉੱਪਰ ਪ੍ਰਭੂ ਦਿਆਲੂ ਮਾਲਕ ਆਪ ਬਖਸ਼ਿਸ਼ ਕਰਦਾ, ਆਪ ਮਿਹਰ ਕਰਦਾ ਹੈ। ਸੰਸਾਰ ਦੀ ਕਹਿੰਦੇ ਜਿਹੜੀ ਮਾਇਆ ਹੈ ਉਹ ਉਸ ਜੀਵ ਦੇ ਉੱਪਰ ਜ਼ੋਰ ਨਹੀਂ ਜੇ ਪਾਉਂਦੀ, ਉਹਨੂੰ ਆਪਣੇ ਜਾਲ ਦੇ ਵਿੱਚ ਫਸਾਣਾ ਨਹੀਂ ਜੇ ਕਰਦੀ। ਜਾ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ। ਜਦੋਂ ਪ੍ਰਭੂ ਦਿਆਲੂ ਨੇ ਦਇਆ ਕੀਤੀ, ਤਰਸ ਕੀਤੀ, ਫਿਰ ਮਾਇਆ ਨਹੀਂ ਪਾਉਂਦੀ, ਮਾਇਆ ਉਸ ਨੂੰ ਆਪਣੇ ਜਾਲ ਦੇ ਵਿੱਚ ਨਹੀਂ ਫਸਾਣਾ ਕਰਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਦੋ ਤਰ੍ਹਾਂ ਦੀ ਅੱਗ ਦਾ ਜ਼ਿਕਰ ਸਤਿਗੁਰਾਂ ਨੇ ਕਰਨਾ ਕੀਤਾ ਆ। ਇੱਕ ਅਗਨੀ ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਮਾਤਾ ਦੇ ਉਦਰ ਦੇ ਵਿੱਚ ਹੈ। ਜਿਸ ਅਗਨ ਦੇ ਵਿੱਚ, ਜਿਸ ਉਦਰ ਦੇ ਵਿੱਚ ਬੱਚਾ ਰਹਿੰਦਾ ਆ, ਤੇ ਮਹਾਰਾਜ ਪਾਤਸ਼ਾਹ ਕਹਿੰਦੇ ਉੱਦਾਂ ਦੀ ਹੀ ਅਗਨੀ ਇੱਕ ਬਾਹਰ ਹੈ, ਉਹ ਹੈ ਮਾਇਆ, ਮਾਇਆ ਰੂਪੀ ਅੱਗ। ਜਿਵੇਂ ਅਸੀਂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ ਆਨੰਦ ਸਾਹਿਬ ਦੀ ਪਾਵਨ ਬਾਣੀ ਵਿੱਚ, ਜਿਹਦੇ ਵਿੱਚ ਸਾਹਿਬ ਸਤਿਗੁਰ ਆਖਣਾ ਕਰਦੇ ਨੇ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਵੀ ਜਿਵੇਂ ਦੀ ਅੱਗ ਮਾਤਾ ਦੇ ਉਦਰ ਵਿੱਚ ਹੈ, ਉਹੀ ਅੱਗ ਬਾਹਰ ਮਾਇਆ ਦੀ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਹੇ ਮਾਲਕ ਜੀ, ਜੇ ਮਾਂ ਦੇ ਉਦਰ ਦੀ ਅਗਨੀ ਤੋਂ ਤੂੰ ਬਚਾਉਣ ਵਾਲਾ ਆ, ਤੇ ਸਤਿਗੁਰ ਇਹ ਜਿਹੜੀ ਬਾਹਰ ਸੰਸਾਰ ਦੇ ਵਿੱਚ ਜਿਹੜੀ ਵਿਕਾਰਾਂ ਦੀ ਮਾਇਆ ਦੀ ਜਿਹੜੀ ਅੱਗ ਹੈ, ਇਸ ਤੋਂ ਵੀ ਬਚਾਉਣ ਵਾਲਾ ਤੂੰ ਹੀ ਹੈ। ਹੁਣੇ ਬਾਹਰ ਵੀ ਇੱਕ ਅੱਗ ਹੈ ਮਾਇਆ ਦੀ, ਹੈ ਨਾ। ਸਤਿਗੁਰ ਮਹਾਰਾਜ ਪਾਤਸ਼ਾਹ ਆਖਦੇ ਨੇ, ਜਿਸ ਦੇ ਉੱਪਰ ਪ੍ਰਭੂ ਦਿਆਲੂ ਆਪਣੀ ਮਿਹਰ ਕਰਦਾ, ਤਰਸ ਕਰਦਾ ਆ, ਉਹੀ ਜੀਵ ਇਸ ਬਾਹਰ ਦੀ ਮਾਇਆ ਤੋਂ ਬਚਦਾ ਆ। ਇਹ ਬਾਹਰ ਦੀ ਅਗਨੀ ਤੋਂ ਜੀਵ ਬਚਦਾ ਆ। ਪੰਜ ਵਿਸ਼ੇ ਵਿਕਾਰਾਂ ਰੂਪੀ ਜਿਹੜੀ ਅੱਗ ਹੈ ਨਾ, ਕਾਮ ਕ੍ਰੋਧ ਕਾਇਆ ਕੋ ਗਾਲੈ। ਕਾਮ ਰੂਪੀ, ਕ੍ਰੋਧ ਰੂਪੀ ਜਿਹੜੀ ਕਾਇਆ ਨੂੰ ਗਾਲ ਕੇ ਰੱਖ ਦਿੰਦੀ ਹੈ, ਕਾਇਆ ਨੂੰ ਸਾੜ ਕੇ ਰੱਖ ਦਿੰਦੀ ਹੈ। ਇਹ ਪੰਜ ਵਿਸ਼ੇ ਵਿਕਾਰਾਂ ਰੂਪੀ ਜਿਹੜੀ ਅਗਨੀ ਹੈ, ਉਹਦੇ ਤੋਂ ਉਹੀ ਜੀਵ ਬਚ ਸਕਦਾ ਜਿਹਦੇ ਉੱਪਰ ਦਿਆਲੂ ਪ੍ਰਭੂ ਮਾਲਕ ਆਪ ਆਪਣੀ ਮਿਹਰ ਕਰਦੇ ਨੇ, ਤਰਸ ਕਰਦੇ ਹਨ। ਮਹਾਰਾਜ ਪਾਤਸ਼ਾਹ ਕਹਿੰਦੇ ਜਾ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ, ਕੋਟ ਅਗਾ ਗਏ ਨਾਸ਼ ਹਰ ਇੱਕ ਧਿਆਇਆ। ਇੱਕ ਨੂੰ ਧਿਆਨ ਦੇ ਨਾਲ, ਇੱਕ ਨੂੰ ਜਪਣ ਦੇ ਨਾਲ
ਮਹਾਰਾਜ ਪਾਤਸ਼ਾਹ ਕਹਿੰਦੇ ਕਰੋੜਾਂ ਕੀਤੇ ਹੋਏ ਪਾਪ ਜੋ ਜੀਵਨ ਦੇ ਵਿੱਚ ਕੀਤੇ ਸਨ, ਸਾਰੇ ਪਾਪਾਂ ਦਾ ਨਾਸ਼ ਹੋ ਗਿਆ ਆ। ਪਰ ਸ਼ਰਤ ਇਹ ਹੈ, ਜੀਵਨ ਦੇ ਵਿੱਚ ਇੱਕ ਨੂੰ ਧਿਆਇਆ ਜੇ। ਜਿੱਥੇ ਅਸੀਂ ਇੱਕ ਨੂੰ ਸਿਜਦਾ ਕਰਦੇ ਆ ਨਾ, ਇੱਕ ਨੂੰ ਨਮਸਕਾਰ ਕਰਦੇ ਆ, ਉਸੇ ਇੱਕ ਨੂੰ ਧਿਆਇਆ ਕਰੋ ਤੇ ਉਸੇ ਇੱਕ ਨੂੰ ਛੱਡ ਕੇ ਕਿਸੇ ਹੋਰ ਦੀ ਸ਼ਰਨ ਵਿੱਚ ਨਾ ਜਾਇਆ ਕਰੋ। ਜੇ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਮੱਥਾ ਟੇਕਦੇ ਆ ਨਾ, ਤੇ ਉਹਦੇ ਕਹੇ ਨੂੰ, ਉਹਦੇ ਹੁਕਮ ਨੂੰ, ਬਚਨਾਂ ਨੂੰ ਵੀ ਅਸੀਂ ਮੰਨ ਨਾ ਕਰੀਏ। ਕਿਤੇ ਨਾ ਹੋਵੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਵੀ ਮੱਥਾ ਟੇਕ ਦਿੱਤਾ ਤੇ ਜਾ ਕੇ ਅਸੀਂ ਕਿਸੇ ਕਬਰ ਮੜੀ ਦੇ ਅੱਗੇ ਵੀ ਸਿਰ ਝੁਕਾ ਦਿੱਤਾ, ਕਿਸੇ ਸਰੀਰ ਧਾਰੀ ਦੇ ਅੱਗੇ ਵੀ ਸਿਰ ਝੁਕਾ ਦਿੱਤਾ, ਉਹਦੇ ਵੀ ਪੈਰ ਫੜ ਦਿੱਤੇ। ਸਤਿਗੁਰ ਕਹਿੰਦੇ ਜਿੱਥੇ ਇੱਕ ਨੂੰ ਨਮਸਕਾਰ ਕਰਦਾ ਉੱਥੇ ਧਿਆਇਆ ਵੀ ਇੱਕ ਨੂੰ ਕਰ, ਇੱਕ ਨੂੰ ਜਪਿਆ ਕਰ, ਇੱਕ ਦੀ ਵਿਚਾਰ ਤੇਰੇ ਮਨ ਵਿੱਚ ਹੋਣੀ ਚਾਹੀਦੀ ਹੈ। ਸਤਿਗੁਰ ਕਹਿੰਦੇ ਜਦੋਂ ਇੱਕ ਨੂੰ ਧਿਆਏਂਗਾ, ਕੋਟ ਅਗਾ ਗਏ ਨਾਸ਼, ਕਰੋੜਾਂ ਕੀਤੇ ਹੋਏ ਪਾਪ ਵੀ ਤੇਰੇ ਜੀਵਨ ਦੇ ਵਿੱਚੋਂ ਨਸ ਜਾਣਗੇ, ਖਤਮ ਹੋ ਜਾਣਗੇ ਜੇ ਤੂੰ ਇੱਕ ਨੂੰ ਧਿਆਨਾ ਕਰੇਂਗਾ। ਜਦੋਂ ਉਸ ਮਾਲਕ ਦੇ ਸੇਵਕਾਂ ਦੇ ਚਰਨਾਂ ਦੀ ਧੂੜੀ ਦੇ ਵਿੱਚ ਮਹਾਰਾਜ ਪਾਤਸ਼ਾਹ ਕਹਿੰਦੇ ਇਸ਼ਨਾਨ ਕਰੇਂਗਾ ਨਾ, ਤੇਰਾ ਮਨ ਤੇ ਤਨ ਸਤਿਗੁਰ ਕਹਿੰਦੇ ਵੀ ਦੋਵੇਂ ਪਵਿੱਤਰ ਹੋ ਜਾਣਗੇ। ਹੁਣ ਧੂਰੀ ਦਾ ਅਰਥ ਬਾਣੀ ਦੇ ਵਿੱਚ ਸਿੱਖਿਆ ਆ, ਸਿੱਖਿਆ। ਚਰਨ ਦਾ ਉਪਦੇਸ਼, ਧੂੜੀ ਦਾ ਸਿੱਖਿਆ। ਸਾਧ ਕੀ ਧੂਰ ਕਰੋ ਇਸ਼ਨਾਨ, ਗੁਰੂ ਦੀ ਧੂੜੀ ਦੇ ਵਿੱਚ ਇਸ਼ਨਾਨ ਕਰਨਾ ਕਰੋ। ਤੇ ਜੇ ਅਸੀਂ ਬਾਹਰੀ ਤੌਰ ਤੋਂ ਅਰਥ ਕਰੀਏ ਤੇ ਧੂੜੀ ਦਾ ਅਰਥ ਬਣ ਜਾਂਦਾ ਸਵਾ, ਖੇ। ਖੇ ਦੇ ਵਿੱਚ ਇਸ਼ਨਾਨ ਕਰਨ ਦੀ ਗੱਲ, ਸਵਾਹ ਦੇ ਵਿੱਚ ਗੱਲ ਕਰਨ ਦੀ ਇਸ਼ਨਾਨ ਸਤਿਗੁਰੂ ਮਹਾਰਾਜ ਪਾਤਸ਼ਾਹ ਨਹੀਂ ਕਰ ਰਹੇ। ਸਤਿਗੁਰ ਕਹਿ ਰਹੇ ਨੇ ਸੇਵਕਾਂ ਦੀ ਸਿੱਖਿਆ ਦੇ ਵਿੱਚ ਆਪਣੀ ਮੱਤ ਨੂੰ ਇਸ਼ਨਾਨ ਕਰਵਾਣਾ ਕਰ। ਕਹਿਣ ਤੋਂ ਭਾਵ ਵੀ ਆਪਣੀ ਮੱਤ ਦੇ ਵਿੱਚ ਸੇਵਕਾਂ ਦੀ ਸਿੱਖਿਆ ਨੂੰ ਗ੍ਰਹਿਣ ਕਰ। ਸੇਵਕ ਕੌਣ ਨੇ? ਜੋ ਹਰੀ ਦੀ ਸੇਵਾ ਕਰ ਰਹੇ ਨੇ। ਦਾਸ ਕੌਣ ਨੇ? ਜੋ ਹਰੀ ਦੀ ਬੰਦਗੀ ਕਰ ਰਹੇ ਨੇ। ਜੋ ਜਨ ਕੌਣ ਹੈ? ਜੋ ਹਰੀ ਦੇ ਨਾਲ ਜੁੜਿਆ ਹੋਇਆ, ਤਈਓ ਜਨ ਬਣਿਆ, ਤਈਓ ਸੇਵਕ ਬਣਿਆ ਆ। ਮਹਾਰਾਜ ਪਾਤਸ਼ਾਹ ਕਹਿੰਦੇ ਉਹਨਾਂ ਦੀ ਸਿੱਖਿਆ ਨੂੰ ਗ੍ਰਹਿਣ ਕਰ। ਇਹ ਕੀ ਹੈ? ਸਾਧ ਕੀ ਧੂਰ ਕਰੋ ਇਸ਼ਨਾਨ। ਸਾਧੂ ਦੀ ਧੂੜੀ ਦੇ ਵਿੱਚ ਇਸ਼ਨਾਨ ਕਰਨਾ ਕਰੋ। ਮਹਾਰਾਜ ਪਾਤਸ਼ਾਹ ਕਹਿੰਦੇ ਮਨ ਤਨ ਨਿਰਮਲ ਭਏ ਸਰੀਰ, ਸਰੀਰ ਵੀ ਨਿਰਮਲ ਹੋ ਜਾਵੇਗਾ, ਮਲ ਤੋਂ ਰਹਿਤ ਹੋ ਜਾਵੇਗਾ। ਤੇ ਸਤਿਗੁਰ ਕਹਿੰਦੇ ਵੀ ਮਨ ਤਾਂ ਉਹ ਵੀ ਨਿਰਮਲ ਹੋ ਹੀ ਜਾਵੇਗਾ ਜਦੋਂ ਅਸੀਂ ਉਹਨਾਂ ਦੀ ਸਿੱਖਿਆ ਦੇ ਵਿੱਚ ਇਸ਼ਨਾਨ ਕਰਾਂਗੇ। ਨਿਰਮਲ ਭਏ ਸਰੀਰ ਜਨ ਧੂਰੀ ਨਾਇਆ, ਜਦੋਂ ਸੇਵਕਾਂ ਦੀ ਧੂੜੀ ਦੇ ਵਿੱਚ ਮਤ ਨੂੰ ਇਸ਼ਨਾਨ ਕਰਵਾਣਾ ਕੀਤਾ। ਮਨ ਤਨ ਭਏ ਸੰਤੋਖ, ਮਨ ਤੇ ਤਨ ਦੋਵਾਂ ਦੇ ਵਿੱਚ ਸੰਤੋਖ ਆ ਕੇ ਵਸ ਜਾਵੇਗਾ। ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ। ਜਦੋਂ ਪੂਰਨ ਪ੍ਰਭੂ ਨੂੰ, ਦਿਆਲੂ ਨੂੰ ਸੰਤਾਂ ਰਾਹੀਂ, ਸੇਵਕਾਂ ਰਾਹੀਂ ਪਾ ਲਿੱਤਾ ਤੇ ਫਿਰ ਮਨ ਤੇ ਤਨ ਦੋਵੇਂ ਸੰਤੋਖੀ ਹੋ ਗਏ। ਮੈਂ ਪਹਿਲਾਂ ਵੀ ਕਈ ਵਾਰ ਇਹ ਵਿਚਾਰ ਸਾਂਝੀ ਕੀਤੀ ਹੈ, ਜਦੋਂ ਤੱਕ ਅੰਦਰ ਸੰਤੋਖ ਨਹੀਂ ਨਾ ਹੋਵੇਗਾ ਉਦੋਂ ਤੱਕ ਜੀਵ ਕਦੇ ਰੱਜ ਨਹੀਂ ਜੇ ਸਕਦਾ। ਤ੍ਰਿਸ਼ਨਾ ਦੀ ਇੱਕ ਅੱਗ ਹੈ ਜੋ ਮਨੁੱਖ ਦੇ ਅੰਦਰ ਹੈ। ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਜਿਸ ਦੇ ਅੰਦਰ ਤ੍ਰਿਸ਼ਨਾ ਹੈ ਨਾ, ਤ੍ਰਿਸ਼ਨਾ ਦੀ ਅੱਗ ਹੈ, ਉਹਦਾ ਜਿਹੜਾ ਪੇਟ ਹੈ ਨਾ, ਪੇਟ, ਸਰੀਰ, ਢਿੱਡ, ਮਹਾਰਾਜ ਪਾਤਸ਼ਾਹ ਕਹਿੰਦੇ ਉਹ ਆਕਾਸ਼ ਦੇ ਨਾਲੋਂ ਵੀ ਵੱਡਾ ਆ। ਆਕਾਸ਼ ਨਾਲੋਂ ਵੀ ਵੱਡਾ। ਕਿਉਂਕਿ ਜਿਹੜਾ ਆਮ ਇੱਕ ਸਰੀਰ ਹੈ ਨਾ, ਆਮ ਇੱਕ ਪੇਟ ਹੈ, ਉਹ ਤਾਂ ਰੱਜ ਜਾਂਦਾ ਆ, ਉਹ ਤਾਂ ਰੱਜ ਗਿਆ, ਉਹਦੀ ਤਾਂ ਤ੍ਰਿਪਤੀ ਹੋ ਗਈ। ਪਰ ਮਹਾਰਾਜ ਪਾਤਸ਼ਾਹ ਕਹਿੰਦੇ ਜਿਸ ਦੇ ਅੰਦਰ ਤ੍ਰਿਸ਼ਨਾ ਹੈ ਨਾ, ਤ੍ਰਿਸ਼ਨਾ, ਤ੍ਰਿਸ਼ਨਾ ਦੀ ਅੱਗ ਹੈ, ਸਤਿਗੁਰ ਕਹਿੰਦੇ ਉਹ ਪੇਟ ਕਦੇ ਭਰਦਾ ਨਹੀਂ ਹੈਗਾ। ਜਿਵੇਂ ਅੱਗ ਨਾ, ਅੱਗ ਕਦੇ ਰੱਜਦੀ ਨਹੀਂ ਹੈਗੀ। ਜਿਹੜੀ ਅੱਗ ਹੈ ਨਾ ਉਹ ਕਦੇ ਰੱਜਦੀ ਨਹੀਂ ਹੈ।
ਅੱਗ ਦੇ ਵਿੱਚ ਤੁਸੀਂ ਜਿੰਨੀ ਮਰਜ਼ੀ ਲੱਕੜ ਸੁੱਟੀ ਜਾਓ, ਕੋਲਾ ਸੁੱਟੀ ਜਾਓ, ਬਲਦੀ ਰਹੇਗੀ, ਉਹਨੇ ਬੁਝਣਾ ਨਹੀਂ ਹੈਗਾ। ਅੱਗ ਕਦੀ ਤ੍ਰਿਪਤ ਨਹੀਂ ਹੁੰਦੀ, ਅੱਗ ਨੂੰ ਕਦੇ ਰੱਜ ਨਹੀਂ ਆਉਂਦਾ, ਜਿੰਨੀ ਮਰਜ਼ੀ ਲੱਕੜ ਪਾਉਂਦੇ ਰਹੋ ਉਹਨੇ ਰਜਣਾ ਹੀ ਨਹੀਂ ਹੈਗਾ। ਇੱਦਾਂ ਹੀ ਤ੍ਰਿਸ਼ਨਾ ਰੂਪੀ ਸਰੀਰ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਵੀ ਜਿੰਨਾ ਮਰਜ਼ੀ ਉਹਦੇ ਵਿੱਚ ਪਾਉਂਦਾ ਰਹੇ, ਜਿੰਨਾ ਮਰਜ਼ੀ ਉਹ ਇਕੱਠਾ ਕਰਦਾ, ਉਹ ਕਦੇ ਰਾਜੀ ਨਹੀਂ ਆਉਂਦਾ, ਉਹਨੂੰ ਤ੍ਰਿਪਤੀ ਨਹੀਂ ਹੁੰਦੀ। ਜਿਵੇਂ ਬਾਣੀ ਦੇ ਵਿੱਚ ਬਚਨ ਹੁੰਦਾ ਨਾ, ਜਿਹਦੇ ਵਿੱਚ ਸਾਹਿਬ ਆਖਦੇ ਨੇ, ਸਹਿਸ ਖਟੇ ਲਖ ਕੋ ਉਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛਾ ਪਾਵੈ। ਸਹਿਸ 100 ਜੋੜੇ, ਹਨਾ, ਹਜ਼ਾਰਾਂ ਦੀ ਦੌੜ ਵਿੱਚ ਲੱਗ ਗਿਆ ਵੀ ਹੁਣ 100 ਇਕੱਠੇ ਹੋ ਗਏ, 1000 ਕਰ ਲਈਏ। 1000 ਆ ਗਏ, ਫਿਰ ਲੱਖਾਂ ਦੀ ਦੌੜ ਦੇ ਵਿੱਚ ਲੱਗ ਗਿਆ ਵੀ ਲੱਖਾਂ ਇਕੱਠੇ ਕਰ ਲਈਏ। ਫਿਰ ਜਦੋਂ ਲੱਖ ਆ ਗਏ, ਫਿਰ ਕਰੋੜਾਂ ਦੀ ਦੌੜ ਵਿੱਚ ਲੱਗ ਗਿਆ। ਹੁਣ ਮਹਾਰਾਜ ਪਾਤਸ਼ਾਹ ਕਹਿੰਦੇ ਜਿਹੜੀ ਉਹ ਤ੍ਰਿਸ਼ਨਾ ਵੱਧਦੀ ਗਈ, ਤੇ ਸਤਿਗੁਰ ਬਾਣੀ ਵਿੱਚ ਕਹਿੰਦੇ ਤ੍ਰਿਸ਼ਨਾ ਵਿਰਲੇ ਕੀ ਹੀ ਬੁਝੀ ਰਹੇ। ਕਿਸੇ ਵਿਰਲੇ ਦੀ ਹੀ ਮਹਾਰਾਜ ਪਾਤਸ਼ਾਹ ਕਹਿੰਦੇ ਤ੍ਰਿਸ਼ਨਾ ਬੁਝੀ ਹੈ। ਤ੍ਰਿਸ਼ਨਾ ਵਾਲਾ ਮਨੁੱਖ ਉੱਦਾਂ ਦਾ ਹੈ ਵੀ ਜਿਵੇਂ ਅੱਗ ਦੇ ਵਿੱਚ ਲੱਕੜ ਪਾਈ ਜਾਓ, ਅੱਗ ਰਜਦੀ ਨਹੀਂ। ਇੱਦਾਂ ਹੀ ਮਹਾਰਾਜ ਪਾਤਸ਼ਾਹ ਕਹਿੰਦੇ ਤ੍ਰਿਸ਼ਨਾ ਵਾਲਾ ਬੰਦਾ ਉਹਨੂੰ ਕਦੇ ਰੱਜ ਨਹੀਂ ਜੇ ਆਉਂਦਾ, ਹੈ ਨਾ। ਸੰਸਾਰ ਦੇ ਵਿੱਚ ਕਿੰਨੇ ਧਨਾੜ ਮਨੁੱਖ ਪਏ ਹੋਏ ਨੇ, ਅਰਬਾਂ ਖਰਬਾਂ, ਕਈ ਮਿਲੀਅਨ ਜੋੜ ਲਿੱਤੇ, ਕਈ ਬਿਲੀਅਨ ਜੋੜ ਲਿੱਤੇ ਨੇ, ਪਰ ਤਾਂ ਵੀ ਉਹ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਨਾ, ਭੁੱਖ ਹੈ, ਉਹ ਬਹੁਤ ਜ਼ਿਆਦਾ ਵਧੀ ਹੋਈ ਹੈ। ਹੁਣ ਉਹ ਦੂਸਰਿਆਂ ਦੇ ਹੱਕਾਂ ਨੂੰ ਖਾ ਰਹੇ ਨੇ, ਦੂਸਰਿਆਂ ਦੀ ਜੋ ਹੱਕ ਹੈ, ਦੂਸਰਿਆਂ ਦੀ ਜੋ ਮਿਹਨਤ ਹੈ, ਦੂਸਰਿਆਂ ਦੀ ਜੋ ਜ਼ਮੀਨਾਂ ਹੈ, ਫਸਲ ਹੈ, ਉਹਨਾਂ ਨੂੰ ਖਾ ਰਹੇ ਨੇ, ਕਿਉਂਕਿ ਰੱਜ ਨਹੀਂ ਜੇ ਆ ਰਿਹਾ ਉਹਨਾਂ ਨੂੰ। ਉਹ ਪੇਟ ਹੀ ਐਸਾ ਆ। ਸੱਚ ਜਾਣਿਓ, ਭੁੱਖ ਲੱਗੀ ਦਾ ਇਲਾਜ ਆ ਗਿਆ, ਪਰ ਜੇ ਬੰਦੇ ਨੂੰ ਭੁੱਖ ਪੈ ਜਾਵੇ ਉਹਦਾ ਕੋਈ ਇਲਾਜ ਨਹੀਂ ਹੈਗਾ। ਕਹਿੰਦੇ ਢਿੱਡ ਦਾ ਭੁੱਖਾ ਤੇ ਰੱਜ ਜਾਂਦਾ, ਪਰ ਨੀਅਤ ਦਾ ਭੁੱਖਾ ਕਦੇ ਨਹੀਂ ਰੱਜਦਾ ਹੈਗਾ। ਕਿੰਨੇ ਕਿਸਾਨ ਵੀਰ ਵੇਖੋ ਬੈਠੇ ਹੋਏ ਨੇ, ਆਪਣੇ ਹੱਕਾਂ ਦੇ ਲਈ ਬੈਠੇ ਨੇ, ਜੂਝ ਰਹੇ ਨੇ, ਸੰਘਰਸ਼ ਕਰ ਰਹੇ ਨੇ, ਪਰ ਜਿਨ੍ਹਾਂ ਦੇ ਅੱਗੇ ਅੰਦਰ ਤ੍ਰਿਸ਼ਨਾ ਦੀ ਭੁੱਖ ਹੈ ਨਾ, ਉਹਨਾਂ ਦਾ ਢਿੱਡ ਭਰ ਨਹੀਂ ਰਿਹਾ, ਉਹਨਾਂ ਨੂੰ ਰੱਜ ਨਹੀਂ ਜੇ ਆ ਰਿਹਾ। ਸਹਿਸ ਕਠੇ ਲਖ ਕੋ ਉਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛਾ ਪਾਵੈ। ਉਹਨਾਂ ਨੂੰ ਤ੍ਰਿਪਤੀ ਆ ਹੀ ਨਹੀਂ, ਰੱਜ ਹੀ ਨਹੀਂ ਆ ਰਿਹਾ। ਕਹਿੰਦਾ ਵੀ ਸਾਰਿਆਂ ਦਾ ਇਕੱਠਾ ਕਰ ਲਈਏ, ਸਾਰਿਆਂ ਦਾ ਇਕੱਠਾ ਕਰ ਲਈਏ, ਪਰ ਤਾਂ ਵੀ ਉਹਨਾਂ ਨੂੰ ਰੱਜ ਨਹੀਂ ਜੀ ਆਉਣਾ। ਕਿਉਂਕਿ ਤ੍ਰਿਸ਼ਨਾ ਵਾਲੇ ਬੰਦੇ ਦਾ ਜਿਹੜਾ ਪੇਟ ਹੁੰਦਾ ਹੈ ਨਾ, ਢਿੱਡ ਹੁੰਦਾ ਹੈ, ਸਤਿਗੁਰ ਕਹਿੰਦੇ ਵੀ ਉਹ ਆਕਾਸ਼ ਦੇ ਨਾਲੋਂ ਵੀ ਵੱਡਾ ਹੁੰਦਾ ਹੈ, ਆਕਾਸ਼ ਨਾਲੋਂ ਵੀ ਵੱਡਾ। ਇਸ ਕਰਕੇ ਉਹ ਕਦੇ ਰੱਜਦਾ ਨਹੀਂ ਹੈਗਾ। ਰੱਜ ਉਹਨੂੰ ਆਵੇਗਾ ਜਿਹਦੇ ਉੱਪਰ ਪ੍ਰਭੂ ਮਾਲਕ ਆਪਣੀ ਮਿਹਰ ਕਰਨਗੇ, ਜਿਹਦੇ ਅੰਦਰ ਸੰਤੋਖ ਆ ਗਿਆ, ਭਾਈ ਉਹਦੀ ਤ੍ਰਿਪਤੀ ਹੈ। ਨਹੀਂ ਤਾਂ ਤ੍ਰਿਸ਼ਨਾ ਤੇ ਵਿਰਲੇ ਕੀ ਹੀ ਬੂਝੀ ਰੇ, ਭਾਈ ਵਿਰਲੇ ਦੀ ਤ੍ਰਿਸ਼ਨਾ ਬੂਝੀ ਹੈ। ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਮਨ ਤਨ ਭਏ ਸੰਤੋਖ, ਪੂਰਨ ਪ੍ਰਭ ਪਾਇਆ। ਪੂਰਨ ਪ੍ਰਭੂ ਨੂੰ ਜਦੋਂ ਪਾ ਲਿੱਤਾ, ਮਨ ਤੇ ਤਨ ਦੋਵੇਂ ਸੰਤੋਖੀ ਹੋ ਗਏ। ਮਨ ਵਿੱਚ ਸੰਤੋਖ ਆ ਗਿਆ, ਸਰੀਰ ਦੀ ਆਪਣੇ ਆਪ ਸੰਤੁਸ਼ਟੀ ਹੋ ਗਈ। ਕਹਿੰਦੇ ਮਨਾ ਜਿੰਨਾ ਕੁ ਹੈਗਾ ਮੈਂ ਉਹਦੇ ਵਿੱਚ ਹੀ ਖੁਸ਼ ਹਾਂ। ਭਾਈ ਲਾਲੋ ਵਰਗੇ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜਿਨ੍ਹਾਂ ਦੇ ਗ੍ਰਹਿ ਵਿਖੇ ਗਏ, ਦੀਨ ਦਿਆਲੂ ਸਤਿਗੁਰ ਜਾਣਦੇ ਨੇ ਭਾਈ ਲਾਲੋ ਦਾ ਜੀਵਨ ਕਿਵੇਂ ਦਾ ਆ। 10 ਨੂੰਹਾਂ ਦੀ ਕਿਰਤ ਕਰਦਾ ਆ, ਕਮਾਈ ਕਰਦਾ ਆ। ਜੇ ਘਰ ਦੇ ਵਿੱਚ ਕੋਦਰੇ ਦਾ ਪ੍ਰਸ਼ਾਦਾ ਵੀ ਹੈ ਨਾ, ਤੇ ਉਹ ਸਤਿਗੁਰਾਂ ਵਾਸਤੇ ਤਿਆਰ ਕੀਤਾ ਆ। ਤੇ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਨੇ ਭਾਈ ਲਾਲੋ ਦੇ ਘਰ ਦਾ ਕੋਦਰੇ ਦਾ ਪ੍ਰਸ਼ਾਦਾ ਵੀ ਛਕਿਆ ਆ। ਕੋਦਰਾ ਇੱਕ ਬਾਥੂ ਕਿਸਮ ਦਾ ਘਾਹ ਹੁੰਦਾ ਆ। ਮਹਾਰਾਜ ਪਾਤਸ਼ਾਹ ਜੀ ਨੇ ਕੋਦਰੇ ਦਾ ਪ੍ਰਸ਼ਾਦਾ ਭਾਈ ਲਾਲੋ ਦੇ ਘਰੋਂ ਛਕਿਆ। ਸਤਿਗੁਰ ਜਾਣਦੇ ਨੇ, ਕਿਉਂਕਿ ਭਾਈ ਲਾਲੋ ਜੇ ਅੱਜ ਕੋਦਰੇ ਦਾ ਪ੍ਰਸ਼ਾਦਾ ਵੀ ਬਣਾ ਰਿਹਾ, ਛਕ ਰਿਹਾ, ਘਰ ਦਾ ਗੁਜ਼ਾਰਾ ਕਰ ਰਿਹਾ, ਤੇ ਇਸ ਪ੍ਰਸ਼ਾਦੇ ਪਿੱਛੇ 10 ਨੂੰਹਾਂ ਦੀ ਕਿਰਤ ਹੈ। ਕਿਸੇ ਦਾ ਹੱਕ ਨਹੀਂ ਜੇ ਖਾਧਾ ਹੋਇਆ, ਕਿਸੇ ਦਾ ਲਹੂ ਨਹੀਂ ਜੇ ਪੀਤਾ ਹੋਇਆ, ਵੀ ਇਹ ਨਹੀਂ ਵੀ ਕਿਸੇ ਦਾ ਲਹੂ ਪੀ ਕੇ ਇਹ ਸਾਰਾ ਕੁਝ ਤਿਆਰ ਕੀਤਾ ਹੈ। ਮਹਾਰਾਜ ਪਾਤਸ਼ਾਹ ਜਾਣਦੇ ਨੇ ਵੀ ਇਸ ਪ੍ਰਸ਼ਾਦੇ ਨੂੰ ਤਿਆਰ ਕਰਨ ਪਿੱਛੇ 10 ਨੂੰਹਾਂ ਦੀ ਕਿਰਤ ਹੈ, ਕਿਸੇ ਦਾ ਹੱਕ ਨਹੀਂ ਜੇ ਖਾਧਾ। ਮਨ ਸੰਤੋਖੀ ਹੈ, ਸਰੀਰ ਸੰਤੁਸ਼ਟ ਹੈ। ਕਹਿੰਦਾ ਵੀ ਚੱਲ ਹਾਂ, ਅੱਜ ਜਿੰਨਾ ਕੁ ਹੈਗਾ ਮੇਰੇ ਕੋਲ, ਮੈਨੂੰ ਉਨੇ ਵਿੱਚ ਹੀ ਰੱਜ ਹੈ।
ਬੰਦੇ ਕੋਲ ਅੱਜ ਜੋ ਕੁਝ ਹੈਗਾ ਉਹਦੇ ਵਿੱਚ ਆਨੰਦ ਨਹੀਂ ਮਾਣ ਰਿਹਾ, ਉਹਦੇ ਵਿੱਚ ਖੁਸ਼ੀ ਨਹੀਂ ਮਾਣ ਰਿਹਾ। ਹੋਰ ਜੋੜਨ ਦੀ, ਹੋਰ ਇਕੱਠਾ ਕਰਨ ਦੀ ਦੌੜ ਬੰਦੇ ਦੇ ਜੀਵਨ ਦੇ ਵਿੱਚ ਲੱਗੀ ਹੋਈ ਹੈ। ਕਹਿੰਦਾ ਹੋਰ ਇਕੱਠਾ ਕਰ ਲਵਾਂ, ਜੋੜ ਲਵਾਂ, ਕਿਤੇ ਪਿੱਛੇ ਨਾ ਰਹਿ ਜਾਵਾਂ, ਕਿਤੇ ਪਿੱਛੇ ਨਾ ਰਹਿ ਜਾਵਾਂ। ਤੇ ਇਦਾਂ ਕਰਦੇ ਕਰਦੇ ਜ਼ਿੰਦਗੀ ਜਿਉਣ ਦਾ ਬੰਦਾ ਢੰਗ ਹੀ ਭੁੱਲ ਜਾਂਦਾ ਹੈ। ਕਦੋਂ ਉਮਰ ਨਿਕਲ ਜਾਂਦੀ ਹੈ, ਕਦੋਂ ਜ਼ਿੰਦਗੀ ਨਿਕਲ ਜਾਂਦੀ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ। ਸੋ ਮਹਾਰਾਜ ਪਾਤਸ਼ਾਹ ਕਹਿੰਦੇ ਜਦੋਂ ਪੂਰਨ ਪ੍ਰਭੂ ਨੂੰ ਪਾ ਲਿੱਤਾ ਤੇ ਮਨ ਤੇ ਤਨ ਦੋਵੇਂ ਸੰਤੋਖੀ ਹੋ ਗਏ। ਮਨ ਤਨ ਪਏ ਸੰਤੋਖ, ਪੂਰਨ ਪ੍ਰਭ ਪਾਇਆ, ਤਰੇ ਕੁਟੰਬ ਸੰਗ ਲੋਗ। ਪ੍ਰਭੂ ਦੇ ਨਾਲ ਜੁੜ ਕੇ ਜਿੱਥੇ ਉਹ ਆਪ ਤਰਦਾ ਆ, ਜਿੱਥੇ ਉਹਦਾ ਆਪਣਾ ਪਾਰ ਉਤਾਰਾ ਹੁੰਦਾ, ਜਿੱਥੇ ਉਹਦਾ ਆਪਣਾ ਉਧਾਰ ਹੁੰਦਾ ਆ, ਉੱਥੇ ਉਹ ਆਪਣੇ ਪਰਿਵਾਰ ਨੂੰ ਵੀ ਤਾਰ ਦਿੰਦਾ ਆ। ਜਿੱਥੇ ਉਹ ਆਪ ਤਰ ਗਿਆ, ਪਰਿਵਾਰ ਵੀ ਆਪਣੇ ਆਪ ਉਹਦੇ ਨਾਲ ਜੁੜ ਕੇ ਤਰ ਗਿਆ। ਤੇ ਜਦੋਂ ਪਰਿਵਾਰ ਤਰ ਗਿਆ ਤੇ ਮਹਾਰਾਜ ਪਾਤਸ਼ਾਹ ਕਹਿੰਦੇ ਜਿਸ ਕੁਲ ਦਾ ਉਹ ਮਨੁੱਖ ਹੈ, ਕਹਿੰਦੇ ਉਹਦੀ ਕੁਲ ਦਾ ਵੀ ਪਾਰ ਉਤਾਰਾ ਹੋ ਜਾਂਦਾ ਆ। ਤਰੇ ਕੁਟੰਬ ਸੰਗ ਲੋਗ ਕੁਲ ਸਭਾਇਆ। ਪਰਿਵਾਰ ਦਾ ਪਾਰ ਉਤਾਰਾ ਹੋ ਗਿਆ ਤੇ ਕੁਲ ਵੀ ਕਹਿੰਦੇ ਤਰ ਜਾਂਦੀ ਹੈ, ਕੁਲ ਦਾ ਵੀ ਨਾਮ ਰੋਸ਼ਨ ਹੋ ਜਾਂਦਾ ਹੈ। ਜਿਹੜੇ ਪ੍ਰਭੂ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਨੇ, ਜੋ ਪੂਰੇ ਪ੍ਰਭੂ ਨੂੰ ਪਾ ਲੈਂਦੇ ਨੇ, ਜਿੱਥੇ ਆਪ ਤਰਦੇ ਨੇ ਉੱਥੇ ਆਪਣੇ ਪਰਿਵਾਰ ਕੁਲ ਨੂੰ ਵੀ ਤਾਰ ਦਿੰਦੇ ਹਨ। ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਮਾਲਕ ਆਪ ਮੁਕਤ ਹੈ ਤੇ ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ, ਸਤਿਗੁਰੂ ਉਹਨੂੰ ਵੀ ਮੁਕਤ ਕਰ ਦਿੰਦਾ ਆ। ਸੱਚ ਜਾਣਿਓ, ਅੱਜ ਦੇ ਸਮੇਂ ਅੰਦਰ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਦੇ ਵਿੱਚ ਕੁਝ ਧਾਰਮਿਕ ਆਗੂ ਵੀ ਨੇ, ਹੈ ਨਾ, ਕੁਝ ਹੋਰ ਲੋਕ ਵੀ ਨੇ ਜਿਨ੍ਹਾਂ ਨੇ ਸਮਾਜ ਨੂੰ ਨਾ ਉਲਝਾ ਕੇ ਰੱਖ ਦਿੱਤਾ ਆ, ਉਲਝਾਇਆ ਹੋਇਆ। ਉਹਨਾਂ ਨੂੰ ਕੁਝ ਦੱਸਿਆ ਹੀ ਨਹੀਂ, ਸਮਾਜ ਦੇ ਲੋਕਾਂ ਨੂੰ ਉਲਝਾ ਕੇ ਰੱਖ ਦਿੱਤਾ। ਉਹਨਾਂ ਨੇ ਕੀ ਕਹਿਣਾ ਕੀਤਾ ਵੀ ਧਰਮ ਦੇ ਕਰਮ ਅਸੀਂ ਕਰਾਂਗੇ, ਧਰਮ ਦੇ ਕਰਮ ਅਸੀਂ ਕਰਾਂਗੇ, ਪਾਠ ਅਸੀਂ ਕਰਾਂਗੇ, ਹਵਨ ਅਸੀਂ ਕਰਾਂਗੇ, ਪਰ ਮੁਕਤੀ ਅਸੀਂ ਤੁਹਾਨੂੰ ਦੇਵਾਂਗੇ, ਮੁਕਤੀ ਤੁਹਾਨੂੰ ਮਿਲੇਗੀ, ਫਲ ਤੁਹਾਨੂੰ ਮਿਲੇਗਾ। ਕਦੀ ਇਦਾਂ ਹੋ ਸਕਿਆ ਭਾਈ? ਕਦੀ ਇਦਾਂ ਹੋਇਆ ਆ? ਹਰੇਕ ਚੀਜ਼ ਰਿਜ਼ਲਟ ਆਪਣਾ ਨਾਲ ਦੀ ਨਾਲ ਦੇ ਦਿੰਦੀ ਹੈ, ਪਰ ਅਸੀਂ ਪਤਾ ਨਹੀਂ ਕਿਉਂ ਧਾਰਮਿਕ ਖੇਤਰ ਦੇ ਵਿੱਚ ਆ ਕੇ ਅਸੀਂ ਇੰਨੇ ਅੰਧ ਵਿਸ਼ਵਾਸੀ, ਇੰਨੇ ਅਗਿਆਨਤਾ ਦੇ ਹਨੇਰੇ ਵਿੱਚ, ਇੰਨੇ ਘੁੱਪ ਹਨੇਰੇ ਵਿੱਚ ਅਸੀਂ ਫਸ ਗਏ ਹਾਂ ਕਿ ਸਾਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਲੋਕ ਸਾਨੂੰ ਕਹਿੰਦੇ ਪਾਠ ਅਸੀਂ ਕਰਾਂਗੇ, ਹਵਨ ਅਸੀਂ ਕਰਾਂਗੇ, ਫਲ ਤੁਹਾਨੂੰ ਮਿਲੇਗਾ, ਮੁਕਤੀ ਤੁਹਾਨੂੰ ਮਿਲੇਗੀ। ਇਦਾਂ ਹੋ ਸਕਦਾ ਆ? ਇਦਾਂ ਨਹੀਂ ਹੋਣਾ। ਮਹਾਰਾਜ ਪਾਤਸ਼ਾਹ ਕਹਿੰਦੇ ਜੇ ਪਾਠ ਤੂੰ ਕਰ ਰਿਹਾ ਤੇ ਉਹਦੀ ਸੇਵਾ ਵੀ ਤੈਨੂੰ ਹੀ ਮਿਲਣੀ ਹੈ। ਜੇ ਤੂੰ ਕਰ ਰਿਹਾ ਉਹਦੀ ਸੇਵਾ ਵੀ ਤੈਨੂੰ, ਮੁਕਤੀ ਤੈਨੂੰ ਮਿਲਣੀ ਹੈ। ਨਹੀਂ ਵੀ ਉਹ ਸਭ ਕੁਝ ਕਰ ਰਹੇ ਨੇ ਤੇ ਮੁਕਤੀ ਤੈਨੂੰ ਅਗਲੇ ਜਨਮ ਦੇ ਵਿੱਚ ਦਵਾ ਦੇਣਗੇ, ਅੱਗੇ ਤੈਨੂੰ ਮੁਕਤੀ ਦਵਾ ਦੇਣਗੇ। ਇਦਾਂ ਥੋੜ੍ਹੀ ਹੋਵੇਗਾ। ਸਤਿਗੁਰੂ ਕਹਿੰਦੇ ਪਾਠ ਤੂੰ ਕਰਨਾ ਹੈ, ਮੁਕਤੀ ਦੀ ਪ੍ਰਾਪਤੀ ਵੀ ਸਤਿਗੁਰੂ ਕਹਿੰਦੇ ਤੈਨੂੰ ਹੋਣੀ ਹੈ। ਤੇ ਉਹ ਅਗਲੇ ਕਹਿੰਦੇ ਆ ਬਕਾਇਦਾ, ਕਹਿੰਦੇ ਅਗਲੇ ਜਨਮ ਦੇ ਵਿੱਚ ਮੁਕਤੀ ਹੋਵੇਗੀ। ਅਗਲਾ ਪਤਾ ਨਹੀਂ ਕਿਹੜਾ ਜਨਮ ਹੈ ਜਿੱਥੇ ਮੁਕਤੀ ਹੋਣੀ ਹੈ। ਜਿਉਂਦੇ ਜੀ ਪਰੇਸ਼ਾਨੀ ਹੈ, ਜਿਉਂਦੇ ਜੀ ਘਰ ਦੇ ਵਿੱਚ ਕਲੇਸ਼ ਹੈ, ਜਿਉਂਦੇ ਜੀ ਜੀਵਨ ਦੇ ਵਿੱਚ ਸੁੱਖ ਨਹੀਂ ਹੈਗਾ, ਜਿਉਂਦੇ ਜੀ ਜ਼ਿੰਦਗੀ ਨਰਕ ਵਰਗੀ ਬਣੀ ਹੋਈ ਹੈ। ਅਗਲੇ ਜਨਮ ਵਿੱਚ ਮੈਂ ਮੁਕਤੀ ਕੀ ਕਰਨੀ ਹੈ? ਹੱਕ ਮੇਰੇ ਇੱਥੇ ਖਾਦੇ ਜਾ ਰਹੇ ਨੇ, ਲੋਕ ਹੱਕ ਮੇਰੇ ਇੱਥੇ ਖਾ ਰਹੇ ਨੇ, ਮਾਰ ਮੈਨੂੰ ਇੱਥੇ ਰਹੇ ਨੇ, ਮੇਰੀ ਨੀਵੀਂ ਜਾਤ ਤੇ ਮੈਨੂੰ ਜਲੀਲ ਇੱਥੇ ਕੀਤਾ ਜਾ ਰਿਹਾ ਆ, ਦੱਬਿਆ ਇੱਥੇ ਜਾ ਰਿਹਾ, ਕੁੱਟਿਆ ਮਾਰਿਆ ਇੱਥੇ ਜਾ ਰਿਹਾ। ਅਗਲੇ ਜਨਮ ਦੇ ਵਿੱਚ ਮੁਕਤੀ ਮਿਲੇਗੀ, ਉਹਦਾ ਲਾਭ ਕੀ ਹੈ? ਪਰੇਸ਼ਾਨ ਤੇ ਮੈਂ ਇੱਥੇ ਹਾਂ, ਤੰਗੀ ਤਾਂ ਮੈਨੂੰ ਇੱਥੇ ਹੈ। ਵੀ ਪਰੇਸ਼ਾਨੀ ਤਾਂ ਇਸ ਜਨਮ ਵਿੱਚ ਹੈ ਨਾ ਬੰਦੇ ਨੂੰ, ਦੁਖੀ ਤਾਂ ਇੱਥੇ ਹੈ ਨਾ, ਝਗੜਾ ਤੇ ਇੱਥੇ ਹੈ, ਕਲੇਸ਼ ਤਾਂ ਇੱਥੇ ਹੈ ਘਰ ਦੇ ਵਿੱਚ, ਸੁੱਖ ਤਾਂ ਇੱਥੇ ਹੀ ਨਹੀਂ ਹੈਗਾ। ਮਹਾਰਾਜ ਜੇ ਅਗਲੇ ਜਨਮ ਦੇ ਵਿੱਚ ਮੁਕਤੀ ਮਿਲੇਗੀ, ਮੈਂ ਕਿਹਨੂੰ ਦੱਸਾਂਗਾ ਵੀ ਤੂੰ ਮੈਨੂੰ ਮੁਕਤ ਕੀਤਾ? ਫਿਰ ਤੇ ਮੈਂ ਦੱਸ ਹੀ ਨਹੀਂ ਸਕਦਾ ਕਿਸੇ ਨੂੰ।
ਜੇ ਤੂੰ ਅਗਲੇ ਜਨਮ ਵਿੱਚ ਮੁਕਤੀ ਦੇਣੀ ਹੈ ਫਿਰ ਤਾਂ ਮੈਂ ਕਿਸੇ ਨੂੰ ਦੱਸ ਹੀ ਨਹੀਂ ਸਕਦਾ ਆ ਕੇ ਵੀ ਰੱਬਾ ਤੂੰ ਮੈਨੂੰ ਮੁਕਤੀ ਦਿੱਤੀ, ਫਿਰ ਤੇਰੀ ਮੁਕਤੀ ਬਾਰੇ ਕਿਸੇ ਨੂੰ ਕੀ ਪਤਾ ਲੱਗਣਾ ਆ। ਫਿਰ ਉਸ ਮੁਕਤੀ ਦਾ ਵੀ ਕੀ ਫਾਇਦਾ। ਅੱਗ ਤਾਂ ਇਸ ਜਨਮ ਦੇ ਵਿੱਚ ਲੱਗੀ ਹੋਈ ਹੈ, ਪਰੇਸ਼ਾਨੀ ਤਾਂ ਇਸ ਜਨਮ ਦੇ ਵਿੱਚ ਹੈ, ਦੁਖੀ ਤਾਂ ਮੈਂ ਇੱਥੇ ਹਾਂ, ਮਾਰਿਆ ਤੇ ਇੱਥੇ ਜਾ ਰਿਹਾ, ਮੈਨੂੰ ਹੱਕ ਤਾਂ ਮੇਰੇ ਇੱਥੇ ਖਾਦੇ ਜਾ ਰਹੇ ਨੇ। ਸੋ ਇਹਨਾਂ ਪਖੰਡਾਂ ਦੇ ਵਿੱਚੋਂ ਅਸੀਂ ਬਾਹਰ ਆਣਾ ਕਰੀਏ ਤੇ ਇਦਾਂ ਦੇ ਪਖੰਡੀਆਂ ਦੀ ਗੱਲਾਂ ਦੇ ਵਿੱਚ ਅਸੀਂ ਨਾ ਆਈਏ। ਵੀ ਜਿਹੜੇ ਸਾਨੂੰ ਕਹਿੰਦੇ ਨੇ ਨਾ ਵੀ ਇਹ ਧਰਮ ਦੇ ਕਰਮ ਅਸੀਂ ਕਰਾਂਗੇ, ਸਭ ਕੁਝ ਅਸੀਂ ਕਰਾਂਗੇ, ਸਾਨੂੰ ਇੰਨੀਆਂ ਭੇਟਾਂ ਦੇ ਦਿਓ, ਇੰਨੇ ਪੈਸੇ ਦੇ ਦਿਓ, ਅਸੀਂ ਮੁਕਤੀ ਤੁਹਾਨੂੰ ਅਗਲੇ ਜਨਮ ਦੇ ਵਿੱਚ ਆਪਣੇ ਆਪ ਦਵਾ ਦੇਵਾਂਗੇ। ਸੱਚ ਜਾਣਿਓ, ਇਹ ਸਾਡੇ ਸਿਰ ਦੇ ਉੱਪਰ ਇਹਨਾਂ ਨੇ ਨਾ ਭਾਰ ਲੱਦਿਆ ਹੋਇਆ ਆ। ਅਸੀਂ ਭਾਰ ਢੋ ਰਹੇ ਹਾਂ ਤੇ ਇਹ ਲੋਕ ਮੌਜਾਂ ਮਾਰ ਰਹੇ ਨੇ। ਸਾਨੂੰ ਸਾਡੇ ਸਿਰ ਦੇ ਉੱਪਰ ਅਵਗੁਣਾਂ ਦੀ ਪੰਡ ਰੱਖੀ ਇਹਨਾਂ ਨੇ, ਸਾਨੂੰ ਉਲਝਾ ਦਿੱਤਾ ਇਹਨਾਂ ਕਰਮ ਕਾਂਡਾਂ ਦੇ ਵਿੱਚ, ਤੇ ਜਿਸ ਕਰਕੇ ਸਾਨੂੰ ਸੱਚ ਦਾ ਪਤਾ ਹੀ ਨਹੀਂ ਲੱਗਾ ਧਰਮ ਕੀ ਹੈ, ਬਾਣੀ ਕੀ ਆਖਦੀ, ਗੁਰੂ ਕੀ ਆਖਦਾ, ਉਸ ਵਾਲੇ ਪਾਸੇ ਇਹਨਾਂ ਨੇ ਸਾਨੂੰ ਆਣ ਹੀ ਨਹੀਂ ਦਿੱਤਾ ਹੈਗਾ। ਅਸੀਂ ਬੋਝ ਸਿਰ ਦੇ ਉੱਪਰ ਚੁੱਕ ਕੇ ਤੁਰੀ ਜਾ ਰਹੇ ਹਾਂ ਤੇ ਸੱਚ ਜਾਣਿਓ, ਜਿਹੜਾ ਬੋਝ ਸਿਰ ਦੇ ਉੱਪਰ ਰੱਖ ਕੇ ਸਫ਼ਰ ਕਰਦਾ ਹੈ ਨਾ, ਉਹ ਬਹੁਤੀ ਦੂਰ ਤੱਕ ਨਹੀਂ ਜਾਂਦਾ ਹੈਗਾ। ਭਾਰ ਦੇ ਕਾਰਨ ਉਹਦੀ ਰਸਤੇ ਵਿੱਚ ਹੀ ਮੌਤ ਹੋ ਜਾਂਦੀ ਹੈ। ਸਾਨੂੰ ਇਹ ਅਵਗੁਣਾਂ ਦੀ ਪੰਡ ਆਪਣੇ ਸਿਰ ਦੇ ਉੱਪਰੋਂ ਉਤਾਰਨੀ ਪਵੇਗੀ, ਗੁਰੂ ਨੂੰ ਪੁੱਛ ਕੇ ਗੁਣਾਂ ਨੂੰ ਗ੍ਰਹਿਣ ਕਰਨਾ ਪਵੇਗਾ। ਇਹ ਤਾਂ ਲੋਕ ਸਾਡੇ ਕੋਲੋਂ ਭਾਰ ਢਵਾ ਰਹੇ ਨੇ, ਕਰਮ ਕਾਂਡ ਕਰਵਾ ਰਹੇ ਨੇ ਤੇ ਆਪ ਸਾਡੇ ਕੋਲੋਂ ਬਦਲੇ ਦੇ ਵਿੱਚ ਪੈਸੇ ਲੈ ਜਾਂਦੇ ਹਨ। ਜਿਵੇਂ ਨਾ ਅਰਬ ਦਾ ਇੱਕ ਵਿਦਵਾਨ ਹੋਇਆ, ਵਿਦਵਾਨ ਕਹਿੰਦੇ ਆਪਣੇ ਸ਼ਾਗਿਰਦਾਂ ਨੂੰ ਨਾ ਉਹ ਵਿਦਿਆ ਪੜ੍ਹਾਉਂਦਾ ਸੀ, ਸਿੱਖਿਆ ਦੇਣੀ ਕਰਦਾ ਸੀ। ਇੱਕ ਦਿਨ ਕਹਿੰਦੇ ਖੋਤੇ ਤੇ ਬਹਿ ਕੇ ਉਹ ਆਪਣੇ ਚੇਲਿਆਂ ਨੂੰ, ਸ਼ਾਗਿਰਦਾਂ ਨੂੰ ਪੜ੍ਹਾਉਣ ਵਾਸਤੇ ਜਾ ਰਿਹਾ ਸੀ। ਖੋਤੇ ਦੀ ਸਵਾਰੀ ਕਰਦਾ ਸੀ ਉਹ। ਕਹਿੰਦੇ ਖੋਤੇ ਦੇ ਉੱਪਰ ਬਹਿ ਕੇ ਉਹ ਆਪਣੇ ਚੇਲਿਆਂ ਨੂੰ, ਸ਼ਾਗਿਰਦਾਂ ਨੂੰ ਪੜ੍ਹਾਉਣ ਜਾ ਰਿਹਾ ਸੀ। ਰਸਤੇ ਦੇ ਵਿੱਚ ਨਾ ਉਹਦਾ ਕੋਈ ਮਿੱਤਰ ਮਿਲਿਆ, ਮਿੱਤਰ। ਉਹਨੇ ਉਸ ਦੇ ਨਾਲ ਨਾ ਮਜ਼ਾਕ ਕੀਤਾ, ਉਹਦੇ ਨਾਲ ਮਜ਼ਾਕ ਕੀਤਾ। ਕਹਿੰਦਾ ਵਿਦਵਾਨ ਜੀ, ਜੋ ਵੀ ਉਹਦਾ ਨਾਮ ਸੀ, ਕਹਿੰਦਾ ਵੀ ਵਿਦਵਾਨ ਜੀ ਤੁਸੀਂ ਕਿੱਥੇ ਜਾ ਰਹੇ ਹੋ? ਕਹਿੰਦਾ ਮੈਂ ਆਪਣੇ ਚੇਲਿਆਂ ਸ਼ਾਗਿਰਦਾਂ ਨੂੰ ਸਿੱਖਿਆ ਦੇਣ ਵਾਸਤੇ ਜਾ ਰਿਹਾ, ਉਹਨਾਂ ਨੂੰ ਪੜ੍ਹਾਉਣ ਵਾਸਤੇ ਜਾ ਰਿਹਾ। ਕਹਿੰਦੇ ਵੀ ਤੁਸੀਂ ਇੰਨੇ ਸ਼ਾਗਿਰਦਾਂ, ਇੰਨੇ ਚੇਲਿਆਂ ਨੂੰ ਤੁਸੀਂ ਸਿੱਖਿਆ ਦਿੱਤੀ, ਇੰਨਿਆਂ ਨੂੰ ਤੁਸੀਂ ਪੜ੍ਹਾਇਆ ਆ, ਇਹ 4 ਅੱਖਰ ਤੁਸੀਂ ਇਹ ਖੋਤੇ ਨੂੰ ਵੀ ਪੜ੍ਹਾ ਦੇਵੋ ਜਦੋਂ ਤੁਸੀਂ ਬਹਿ ਕੇ ਜਾਂਦੇ ਹੋ। ਉਹਨੇ ਮਜ਼ਾਕ ਕੀਤਾ, ਹਾਸੇ ਵਿੱਚ ਇਦਾਂ ਗੱਲ ਕੀਤੀ। ਕਹਿੰਦੇ ਵੀ ਤੁਸੀਂ ਇਹਨਾਂ ਨੂੰ ਪੜ੍ਹਾਉਣ ਜਾਂਦੇ ਹੋ, ਇਹਨਾਂ ਨੂੰ ਸਿੱਖਿਆ ਦਿੱਤੀ ਹੈ, ਕੋਈ 4 ਅੱਖਰ ਇਸ ਖੋਤੇ ਨੂੰ ਵੀ ਪੜ੍ਹਾ ਦੇਵੋ, ਇਹਨੂੰ ਵੀ ਪੜ੍ਹਾ ਦੇਵੋ। ਉਹਨੇ ਮਜ਼ਾਕ ਦੇ ਵਿੱਚ ਪੁੱਛਿਆ, ਅੱਗੋਂ ਉਹ ਵੀ ਵਿਦਵਾਨ ਹੈ, ਉਹਨੇ ਵੀ ਮਜ਼ਾਕ ਦੇ ਵਿੱਚ ਉਸ ਗੱਲ ਦਾ ਜਵਾਬ ਦੇਣਾ ਕੀਤਾ। ਕਹਿੰਦਾ ਵੀ ਇੱਕ ਵਾਰੀ ਤਾਂ ਮੇਰੇ ਮਨ ਵਿੱਚ ਵੀ ਆਇਆ ਸੀ ਵੀ ਮੈਂ ਕੋਈ 4 ਅੱਖਰ, ਕੋਈ 4 ਕਿਤਾਬਾਂ ਇਸ ਖੋਤੇ ਨੂੰ ਵੀ ਪੜ੍ਹਾ ਦੇਵਾਂ। ਕਹਿੰਦਾ ਮੇਰੇ ਮਨ ਵਿੱਚ ਵੀ ਇਹ ਗੱਲ ਆਈ ਵੀ ਮੈਨੂੰ ਵੀ ਪੜ੍ਹਾ ਦੇਵਾਂ। ਕਹਿੰਦਾ ਫਿਰ ਮੈਂ ਸੋਚਿਆ ਵੀ ਜਿੰਨੇ ਚੇਲੇ, ਜਿੰਨੇ ਸ਼ਾਗਿਰਦ ਮੇਰੇ ਕੋਲੋਂ ਪੜ੍ਹ ਗਏ ਨੇ, ਵੀ ਜਿੰਨੇ ਪੜ੍ਹ ਕੇ ਚਲੇ ਗਏ, ਸਿੱਖਿਆ ਲੈ ਕੇ ਚਲੇ ਗਏ, ਕੋਈ ਵਿਦੇਸ਼ ਚਲਾ ਗਿਆ, ਕੋਈ ਨੌਕਰੀ ਲੱਗ ਗਿਆ, ਕੋਈ ਕਿਤੇ ਲੱਗ ਗਿਆ, ਕੋਈ ਕਿਤੇ ਕੰਮ ਲੱਗ ਗਿਆ, ਜਿਹੜੇ ਪੜ੍ਹ ਕੇ ਚਲੇ ਗਏ ਉਹਨਾਂ ਦੇ ਵਿੱਚੋਂ ਕੋਈ ਵਾਪਸ ਹੀ ਨਹੀਂ ਆਇਆ। ਉਹਨਾਂ ਦੇ ਵਿੱਚੋਂ ਤਾਂ ਕੋਈ ਵਾਪਸ ਹੀ ਨਹੀਂ ਆਇਆ, ਮੁੜਿਆ ਹੀ ਨਹੀਂ ਹੈਗਾ। ਵੀ ਜਿੰਨੇ ਪੜ੍ਹ ਗਏ ਉਹ ਤਾਂ ਵਾਪਸ ਨਹੀਂ ਆਏ। ਫਿਰ ਮੇਰੇ ਮਨ ਵਿੱਚ ਆਇਆ ਵੀ ਜੇ ਮੈਂ ਇਹਨੂੰ ਪੜ੍ਹਾ ਦਿੱਤਾ ਤੇ ਫਿਰ ਇਹਨੇ ਵੀ ਚਲਾ ਜਾਣਾ, ਤੇ ਫਿਰ ਮੇਰਾ ਭਾਰ ਕੌਣ ਚੁੱਕੇਗਾ? ਫਿਰ ਮੇਰਾ ਭਾਰ ਕੌਣ ਢੋਏਗਾ? ਮੈਨੂੰ ਇੱਕ ਜਗ੍ਹਾ ਤੋਂ ਉੱਥੇ ਦੂਸਰੀ ਜਗ੍ਹਾ ਕੌਣ ਲੈ ਕੇ ਜਾਏਗਾ? ਬਸ ਇਹੀ ਕਹਾਣੀ ਸਾਡੇ ਨਾਲ ਵਾਪਰ ਰਹੀ ਹੈ। ਸਾਨੂੰ ਵੀ ਸਿਰਾਂ ਦੇ ਉੱਪਰ ਭਾਰ ਚੁਕਾਇਆ ਹੋਇਆ ਆ, ਸਾਨੂੰ ਵੀ ਉਲਝਾਇਆ ਆ। ਉਹਨਾਂ ਨੇ ਸਾਨੂੰ ਸੱਚ ਦੱਸਿਆ ਹੀ ਨਹੀਂ। ਇਹਨਾਂ ਨੂੰ ਪਤਾ ਵੀ ਜੇ ਇਹਨਾਂ ਨੂੰ ਸੱਚ ਪਤਾ ਲੱਗ ਗਿਆ ਤੇ ਸਾਨੂੰ ਪੈਸੇ ਕੌਣ ਦੇਵੇਗਾ, ਸਾਨੂੰ ਭੇਟਾ ਕੌਣ ਦੇਗਾ? ਇਸ ਕਰਕੇ ਸਾਨੂੰ ਉਲਝਾ ਦਿੱਤਾ। ਪਾਠ ਪੂਜਾ ਸਿਮਰਨ ਸਭ ਕੁਝ ਅਸੀਂ ਕਰਾਂਗੇ ਤੇ ਅਗਲੇ ਜਨਮ ਦੇ ਵਿੱਚ ਮੁਕਤੀ ਤੁਹਾਨੂੰ ਮਿਲੇਗੀ। ਸੋ ਇਹਨਾਂ ਕਰਮ ਕਾਂਡਾਂ ਦੇ ਵਿੱਚੋਂ ਸਾਨੂੰ ਬਾਹਰ ਆਉਣਾ ਪਵੇਗਾ। ਗੁਰੂ ਆਪ ਮੁਕਤ ਹੈ ਤੇ ਜਿਹੜਾ ਉਸ ਦੇ ਨਾਲ ਜੁੜ ਜਾਂਦਾ ਹੈ, ਗੁਰੂ ਉਹਨੂੰ ਵੀ ਮੁਕਤ ਕਰ ਦਿੰਦਾ ਆ। ਮਹਾਰਾਜ ਪਾਤਸ਼ਾਹ ਕਹਿੰਦੇ, ਸੋ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਉਹ ਤਾਂ ਜਿਉਂਦੇ ਜੀ ਮੁਕਤ ਹੋ ਜਾਂਦਾ ਹੈ ਜਿਸ ਦੇ ਹਿਰਦੇ ਦੇ ਵਿੱਚ ਭਗਵੰਤ ਮਾਲਕ ਆ ਕੇ ਵਸ ਜਾਂਦਾ ਹੈ। ਮਰਨ ਤੋਂ ਬਾਅਦ
ਪਤਾ ਨਹੀਂ ਕਿਹੜੀ ਮੁਕਤੀ ਕਿਹੜੇ ਜਨਮ ਵਿੱਚ ਮਿਲਣੀ ਹੈ, ਪਰ ਗੁਰੂ ਤਾਂ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਗੁਰੂ ਤਾਂ ਇਸੇ ਜੀਵਨ ਦੇ ਵਿੱਚ ਜਿਉਂਦੇ ਜੀ ਹੀ ਸਾਨੂੰ ਮੁਕਤ ਕਰ ਦਿੰਦਾ ਆ। ਜਿਉਂਦੇ ਜੀ ਨਰਕ ਵਰਗੀ ਜ਼ਿੰਦਗੀ ਦੇ ਵਿੱਚੋਂ ਕੱਢ ਕੇ ਸਵਰਗ ਵਰਗੀ ਜ਼ਿੰਦਗੀ ਸਾਡੀ ਝੋਲੀ ਦੇ ਵਿੱਚ ਪਾ ਦਿੰਦਾ। ਦੁੱਖਾਂ ਦੇ ਵਿੱਚੋਂ ਕੱਢ ਕੇ ਸੁੱਖਾਂ ਦੇ ਵਿੱਚ ਸਾਡਾ ਵਾਸਾ ਕਰਾ ਦਿੰਦਾ। ਗੁਰੂ ਤੇ ਐਸਾ ਆ ਭਾਈ। ਸੋ ਇਸ ਕਰਕੇ ਗੁਰੂ ਅਰਜਨ ਮਹਾਰਾਜ ਪਾਤਸ਼ਾਹ ਕਹਿੰਦੇ, ਹੇ ਭਾਈ, ਆਪਣੀ ਰਸਨਾ ਤੋਂ, ਆਪਣੇ ਮੁਖ ਤੋਂ ਐਸੇ ਮਾਲਕ ਦੇ ਨਾਮ ਦਾ ਉਚਾਰਨ ਕਰਿਆ ਕਰ। ਐਸੇ ਮਾਲਕ ਦੀ ਵਡਿਆਈ, ਨਾਮ ਦੀ ਸਿਫਤ ਸਲਾਹ ਕਰਿਆ ਕਰ। ਕੈਸਾ ਮਾਲਕ ਜੋ ਕੀ ਕਰਨ ਵਾਲਾ ਹੈ? ਦਇਆ ਕਰਨੰ ਦੁਖ ਹਰਨੰ ਉਚਰਣੰ ਨਾਮ ਕੀਰਤਨੈ। ਜਿਹੜਾ ਮਾਲਕ ਦਇਆ ਕਰਨ ਵਾਲਾ ਹੈ, ਜਿਹੜਾ ਮਾਲਕ ਦਇਆ ਕਰਦਾ ਆ। ਦੁਖ ਹਰਨੰ, ਜੋ ਸਾਡੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਉਚਰਣ ਨਾਮ ਕੀਰਤਨ ਹੈ। ਹੇ ਭਾਈ, ਐਸੇ ਮਾਲਕ ਦੇ ਨਾਮ ਨੂੰ ਉਚਾਰਨ ਕਰਿਆ ਕਰ। ਐਸੇ ਮਾਲਕ ਦੇ ਨਾਮ ਦੀ ਸਿਫਤ ਸਲਾਹ ਵਡਿਆਈ ਕਰਿਆ ਕਰ, ਜੋ ਸਾਡੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਦਿਆਲ ਪੁਰਖ ਭਗਵਾਨੈ, ਨਾਨਕ ਲਿਪਤ ਨਾ ਮਾਇਆ। ਜਦੋਂ ਵਡਿਆਈ ਕਰੇਗਾ, ਸਿਫਤ ਸਲਾਹ ਕਰੇਗਾ, ਤੇ ਫਿਰ ਉਹ ਦਿਆਲੂ ਹੈ। ਉਹਦੇ ਵਿੱਚ ਦਇਆ ਕਰਨ ਵਾਲਾ, ਬਖਸ਼ਿਸ਼ ਕਰਨ ਵਾਲਾ ਬਹੁਤ ਵੱਡਾ ਗੁਣ ਹੈ। ਉਹਦਾ ਸੁਭਾਅ ਆ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਇਹ ਤਾਂ ਉਹਦਾ ਸੁਭਾਅ ਆ। ਜੇ ਉਹਦੀ ਵਡਿਆਈ ਕਰੇਗਾ, ਸਿਫਤ ਸਲਾਹ ਕਰੇਗਾ, ਦਿਆਲ ਪੁਰਖ ਭਗਵਾਨੈ, ਨਾਨਕ ਲਿਪਤ ਨਾ ਮਾਇਆ। ਫਿਰ ਮਾਇਆ ਉਸ ਜੀਵ ਦੇ ਉੱਪਰ ਜ਼ੋਰ ਨਹੀਂ ਜੇ ਪਾਉਂਦੀ। ਮਾਇਆ ਦਾ ਵੀ ਉਸ ਦੇ ਉੱਪਰ ਕੋਈ ਵਸ ਨਹੀਂ ਚੱਲਦਾ। ਮਾਇਆ ਵੀ ਉਸ ਨੂੰ ਆਪਣੇ ਜਾਲ ਦੇ ਵਿੱਚ ਨਹੀਂ ਫਸਾ ਸਕਦੀ। ਤੇ ਉਹ ਹਰੇਕ ਚੀਜ਼ ਮਾਇਆ ਆ, ਜੋ ਬੰਦੇ ਦੇ ਅੰਦਰੋਂ ਰੱਬ ਨੂੰ ਭੁਲਾ ਦਿੰਦੀ ਹੈ। ਉਹ ਹਰੇਕ ਚੀਜ਼ ਮਾਇਆ। ਉਹ ਕੁਝ ਵੀ ਹੋ ਸਕਦੀ ਹੈ। ਸਾਡਾ ਧੰਦਾ ਵੀ ਹੋ ਸਕਦਾ ਹੈ, ਸਾਡੀ ਦੁਕਾਨ ਦਾ ਕੰਮ ਵੀ ਹੋ ਸਕਦਾ ਹੈ, ਕੋਈ ਸਾਧਨ ਵੀ ਹੋ ਸਕਦਾ ਹੈ, ਸਰੀਰ ਵੀ ਹੋ ਸਕਦਾ ਹੈ, ਪਰਿਵਾਰ ਵੀ ਹੋ ਸਕਦਾ ਹੈ, ਕੁਝ ਵੀ ਹੋ ਸਕਦਾ ਹੈ। ਉਹ ਹਰੇਕ ਚੀਜ਼ ਮਾਇਆ, ਜੋ ਮੈਨੂੰ ਮੇਰੇ ਗੁਰੂ ਦੇ ਨਾਲੋਂ ਤੋੜ ਦਿੰਦੀ ਹੈ ਤੇ ਰੱਬ ਦੀ ਯਾਦ ਅੰਦਰੋਂ ਵਿਸਾਰ ਦਿੰਦੀ ਹੈ, ਭੁਲਾ ਦਿੰਦੀ ਹੈ। ਹਰੇਕ ਚੀਜ਼ ਮਾਇਆ ਹੈ। ਤੇ ਕਹਿੰਦੇ ਜਿਹਦੇ ਤੇ ਦਿਆਲੂ ਆਪਣੀ ਮਿਹਰ ਕਰਦਾ, ਜੋ ਨਾਮ ਨੂੰ ਜਪਣਾ ਕਰਦਾ, ਸਤਿਗੁਰ ਕਹਿੰਦੇ ਵੀ ਮਾਇਆ ਵੀ ਉਸ ਦੇ ਉੱਪਰ ਆਪਣਾ ਜ਼ੋਰ ਨਹੀਂ ਪਾ ਸਕਦੀ, ਨਹੀਂ ਚਲਾ ਸਕਦੀ। ਨਾਨਕ ਲਿਪਤ ਨਾ ਮਾਇਆ। ਪਾਹੇ ਬਲੰਦੜੀ ਬੁਝ ਗਈ, ਰਖੰਦੜੋ ਪ੍ਰਭ ਆਪ। ਤ੍ਰਿਸ਼ਨਾ ਦੀ ਜਿਹੜੀ ਅੱਗ ਉਸ ਜੀਵ ਦੇ ਅੰਦਰ ਬਲ ਰਹੀ ਸੀ, ਕਹਿੰਦੇ ਜਿਹਦਾ ਰਖਵਾਲਾ ਉਹ ਮਾਲਕ ਆਪ ਬਣ ਗਿਆ। ਉਹਦੇ ਅੰਦਰੋਂ ਕਹਿੰਦੇ ਇਹ ਤ੍ਰਿਸ਼ਨਾ ਰੂਪੀ ਅੱਗ ਆਪਣੇ ਆਪ ਹੀ ਬੁਝ ਗਈ ਹੈ। ਪਾਹੇ ਬਲੰਦੜੀ ਬੁਝ ਗਈ, ਰਖੰਦੜੋ ਪ੍ਰਭ ਆਪ। ਜਿਹਦਾ ਰਖਵਾਲਾ ਪ੍ਰਭੂ ਉਹ ਆਪ ਬਣ ਗਿਆ ਆ। ਅੱਜ ਦੇ ਸਮੇਂ ਅੰਦਰ ਜੇ ਅਸੀਂ ਵੇਖਿਆ ਜਾਈਏ, ਸਮੇਂ ਦੇ ਮਾਹੌਲ ਨੂੰ ਵੇਖਣਾ ਕਰੀਏ, ਸਮੇਂ ਦੀਆਂ ਸਰਕਾਰਾਂ ਨੂੰ ਅਸੀਂ ਵੇਖਣਾ ਕਰੀਏ, ਬੜਾ ਕੁਝ ਹੈ ਨਾ। ਕਿਵੇਂ ਗਰੀਬਾਂ ਨੂੰ ਮਾਰਿਆ ਜਾ ਰਿਹਾ, ਲਤਾੜਿਆ ਜਾ ਰਿਹਾ ਆ। ਬੰਦਾ ਧਨ ਦੇ ਨਸ਼ੇ ਦੇ ਵਿੱਚ ਇੱਥੋਂ ਤੱਕ ਹੰਕਾਰੀ ਹੋ ਗਿਆ ਕਿ ਉਹ ਰੱਬ ਨੂੰ ਹੀ ਭੁੱਲ ਗਿਆ ਆ। ਆਪਣੇ ਆਪ ਨੂੰ ਬੰਦੇ ਨੇ ਰੱਬ ਸਮਝ ਲਿੱਤਾ ਆ। ਆਪਣੇ ਆਪ ਨੂੰ ਮਨੁੱਖ ਨੇ ਰੱਬ ਸਮਝ ਲਿੱਤਾ ਆ। ਰੱਬ ਵਾਂਗ ਮਨੁੱਖ ਨੇ ਹੁਕਮ ਚਲਾਣੇ ਸ਼ੁਰੂ ਕਰ ਦਿੱਤੇ ਨੇ। ਮਹਾਰਾਜ ਪਾਤਸ਼ਾਹ ਕਹਿੰਦੇ, ਹੁਕਮ ਚਲਾਏ ਨਿਸੰਗ ਹੋਏ, ਵਰਤੈ ਅਫਰਿਆ, ਸਭ ਕੋ ਵਸਗਤ ਕਰ ਲਿਓਣ, ਬਿਨ ਨਾਵੈ ਖਾਕ ਰਲਿਆ। ਬੰਦਾ ਰੱਬ ਵਾਂਗ ਹੁਕਮ ਤੇ ਕਰਦਾ ਆ, ਹੁਕਮ ਚਲਾਉਂਦਾ ਆ। ਉਹਦੀ ਇੱਕ ਸੋਚ ਬਣ ਗਈ ਵੀ ਮੈਂ ਸਾਰਿਆਂ ਨੂੰ ਆਪਣੇ ਵਸ ਵਿੱਚ ਕਰ ਲਵਾਂ। ਸਮੇਂ ਦੇ ਮਾਹੌਲ ਨੂੰ ਤੁਸੀਂ ਵੇਖਿਓ ਵੀ ਉਹਦੀ ਇੱਕ ਸੋਚ ਬਣ ਗਈ, ਮੈਂ ਸਾਰਿਆਂ ਨੂੰ ਆਪਣੇ ਵਸ ਵਿੱਚ ਕਰ ਲਵਾਂ। ਮਹਾਰਾਜ ਪਾਤਸ਼ਾਹ ਕਹਿੰਦੇ, ਅੱਜ ਹੰਕਾਰ ਦੇ ਵਿੱਚ ਹੁਕਮ ਤਾਂ ਚਲਾਉਣਾ ਆ, ਤੇਰੀ ਸੋਚ ਬਣ ਗਈ ਮੈਂ ਸਾਰਿਆਂ ਨੂੰ ਆਪਣੇ ਵਸ ਵਿੱਚ ਕਰ ਲਵਾਂ। ਸਤਿਗੁਰ ਕਹਿੰਦੇ ਵੀ ਕਦੇ
ਰੱਬ ਦੀ ਨਿਗਾਹ ਦੇ ਵਿੱਚ ਆਪਣੀ ਜੇ ਔਕਾਤ ਵੇਖਣੀ ਚਾਹੁੰਦਾ ਹੈ ਨਾ ਵੀ ਰੱਬ ਦੀ ਨਿਗਾਹ ਦੇ ਵਿੱਚ ਤੇਰੀ ਕੀ ਔਕਾਤ ਹੈ। ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਹੁਕਮ ਚਲਾਏ ਨਿਸੰਗ ਹੋਏ ਵਰਤੈ ਅਫਰਿਆ ਸਭ ਕੋ ਵਸਗਤ ਕਰ ਲਿਓਨ ਬਿਨ ਨਾਵੇ ਖਾਕ ਰਲਿਆ। ਨਾਮ ਤੋਂ ਬਗੈਰ ਮਹਾਰਾਜ ਪਾਤਸ਼ਾਹ ਕਹਿੰਦੇ ਉਸ ਰੱਬ ਦੇ ਅੱਗੇ ਤੇਰੀ ਔਕਾਤ ਸਿਰਫ ਇੱਕ ਮੁੱਠੀ ਪਰ ਸਵਾਹ ਆ। ਬਿਨ ਨਾਵੇ ਖਾਕ ਰਲਿਆ, ਖਾਕ ਦਾ ਮਤਲਬ ਸਵਾਹ। ਰੱਬ ਦੇ ਅੱਗੇ ਤੇਰੀ ਔਕਾਤ ਕਿੰਨੀ ਕੁ ਹੈ? ਬਸ ਮੁੱਠੀ ਪਰ ਸਵਾਹ ਦੀ। ਤੇ ਤੂੰ ਹੁਕਮ ਇੰਜ ਚਲਾਨਾ ਵੀ ਸਾਰੀ ਦੁਨੀਆ ਨੂੰ ਆਪਣੇ ਵੱਸ ਵਿੱਚ ਕਰ ਲਵਾਂ। ਬੰਦਾ ਹੰਕਾਰ ਦੇ ਨਸ਼ੇ ਦੇ ਵਿੱਚ ਮਰਨਾ ਭੁੱਲ ਜਾਂਦਾ ਆ, ਮਰਨਾ ਮੌਤ ਨੂੰ ਭੁਲਾ ਦਿੰਦਾ ਆ। ਤੇ ਆਪਣੇ ਆਲੇ ਦੁਆਲੇ ਇਦਾਂ ਦਾ ਸਿਸਟਮ ਬਣਾ ਲੈਂਦਾ, ਖੜਾ ਕਰ ਲੈਂਦਾ ਵੀ ਮੌਤ ਵੀ ਮੈਨੂੰ ਨਾ ਆਵੇ, ਵੀ ਮੌਤ ਵੀ ਮੈਨੂੰ ਨਾ ਆਵੇ। ਤੇ ਇਦਾਂ ਦੀ ਜਗ੍ਹਾ ਤੇ ਜਾ ਕੇ ਵਸਣਾ ਰਹਿਣਾ ਸ਼ੁਰੂ ਕਰ ਦਿੰਦਾ ਹੈ ਵੀ ਜਿੱਥੇ ਬੰਦਾ ਤੇ ਬੜੀ ਦੂਰ, ਉੱਥੇ ਪੰਛੀ ਵੀ ਪਰ ਨਹੀਂ ਮਾਰ ਸਕਦਾ। ਤੇ ਮਹਾਰਾਜ ਪਾਤਸ਼ਾਹ ਪਾਵਨ ਬਾਣੀ ਵਿੱਚ ਕਹਿੰਦੇ ਬਹੁ ਯਤਨ ਕਰਤਾ ਬਲਵੰਤ ਕਾਰੀ ਸਿਵੰਤ ਸੁਰਾ ਚਤੁਰ ਦਿਸੈ ਬਿਖਮ ਥਾਨ ਬਸੰਤ ਊਚੈ ਨੈ ਸਿਮਰਨ ਮਰਨੰ ਕਦਾਂਚੈ। ਸਤਿਗੁਰ ਕਹਿੰਦੇ ਹੋਵੰਤ ਆਗਿਆ ਭਗਵਾਨ ਪੁਰਖੈ ਨਾਨਕ ਕੀਟੀ ਸਾਸ ਅਕਰ ਖਤੇ। ਕਹਿੰਦੇ ਬੰਦੇ ਨੇ ਹੰਕਾਰ ਦੇ ਨਸ਼ੇ ਵਿੱਚ, ਕਿਸੇ ਨੂੰ ਮਾਇਆ ਦਾ ਹੰਕਾਰ ਹੈ, ਸੁੰਦਰਤਾ ਦਾ ਹੰਕਾਰ ਹੈ, ਬਲ ਦਾ ਹੰਕਾਰ ਹੈ, ਵਿਦਵਤਾ ਦਾ ਹੰਕਾਰ ਹੈ, ਪਦਵੀ ਦਾ ਹੰਕਾਰ ਹੈ, ਹਰ ਤਰ੍ਹਾਂ ਕਈ ਰੂਪ ਨੇ ਹੰਕਾਰ ਦੇ ਵੀ ਨਾ। ਸਤਿਗੁਰ ਕਹਿੰਦੇ ਮੌਤ ਭੁੱਲ ਬੈਠਾ ਬੰਦਾ, ਹੈ ਨਾ, ਮੌਤ ਨੂੰ ਭੁਲਾਇਆ ਹੈ, ਮੌਤ ਯਾਦ ਹੀ ਨਹੀਂ ਹੈਗੀ। ਪਰ ਸਤਿਗੁਰ ਕਹਿੰਦੇ ਆਪਣੇ ਬਚਾਅ ਦੇ ਲਈ ਬੰਦੇ ਨੇ ਕਿੰਨਾ ਕੁਝ ਕੀਤਾ ਹੋਇਆ ਆ। ਆਪਣੇ ਸਰੀਰ ਦੇ ਆਲੇ ਦੁਆਲੇ ਆਪਣਾ ਮਕਾਨ ਇੱਦਾਂ ਦਾ ਬਣਾ ਲਿੱਤਾ, ਸਾਧਨ ਇੱਦਾਂ ਦੇ ਰੱਖ ਲਿੱਤੇ, ਆਪਣੇ ਸਰੀਰ ਨੂੰ ਐਨ ਸਾਰੇ ਪਾਸੋਂ ਸੁਖੀ ਬਣਾਇਆ ਹੋਇਆ ਹੈ। ਪਰ ਗੁਰੂ ਮਹਾਰਾਜ ਪਾਤਸ਼ਾਹ ਪਾਵਨ ਬਾਣੀ ਵਿੱਚ ਕਹਿੰਦੇ ਭਲਿਆ ਜਿੱਦਣ ਹੁਕਮ ਆ ਗਿਆ ਨਾ, ਜਿੱਦਣ ਹੁਕਮ ਆ ਗਿਆ, ਆਗਿਆ ਆ ਗਈ, ਜਿੱਦਣ ਸਦਾ ਆ ਗਿਆ, ਮਹਾਰਾਜ ਪਾਤਸ਼ਾਹ ਕਹਿੰਦੇ ਹੋਵੰਤ ਆਗਿਆ ਭਗਵਾਨ ਪੁਰਖੈ ਨਾਨਕ ਕੀਟੀ ਸਾਸ ਅਕਰ ਖਤੇ। ਉਦਣ ਇੱਕ ਕੀੜੀ ਵੀ ਮੌਤ ਦਾ ਕਾਰਨ ਬਣ ਜਾਣੀ ਜਿੱਦਣ ਸਦਾ ਆ ਗਿਆ। ਅੱਜ ਆਲੇ ਦੁਆਲੇ ਤੇ ਇੰਨਾ ਕੁਝ ਆਪਣੇ ਸੁੱਖਾਂ ਵਾਸਤੇ ਇੰਨਾ ਕੁਝ ਕੀਤਾ ਹੋਇਆ ਨਾ, ਮੌਤ ਨਾ ਮੇਰੇ ਸਰੀਰ ਨੂੰ ਛੂਵੇ, ਇੰਨਾ ਕੁਝ ਕੀਤਾ ਹੋਇਆ। ਜਿੱਦਣ ਸਦਾ ਆ ਗਿਆ, ਹੁਕਮ ਆ ਗਿਆ, ਆਗਿਆ ਹੋ ਗਈ, ਉਦਣ ਕੀੜੀ ਵੀ ਮੌਤ ਦਾ ਕਾਰਨ ਬਣ ਜਾਣੀ ਹੈ। ਉਦਣ ਤਾਂ ਬਸ ਬਹਾਨਾ ਬਣਨਾ। ਫਿਰ ਤਾਂ ਬੰਦਾ ਕਹਿ ਦਿੰਦਾ ਵੀ ਚੰਗਾ ਭਲਾ ਗਿਆ ਸੀ, ਪਤਾ ਨਹੀਂ ਕੀ ਹੋਇਆ, ਨਾ ਕੋਈ ਰੋਗ ਸੀ ਨਾ ਕੋਈ ਪਰੇਸ਼ਾਨੀ ਸੀ। ਜਿੱਦਣ ਸਦਾ ਆ ਗਿਆ, ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਟੀ ਸਾਸ ਅਖਰ ਖਤੇ। ਉਦਣ ਕੀੜੀ ਵੀ ਮੌਤ ਦਾ ਕਾਰਨ ਬਣ ਜਾਂਦੀ ਹੈ। ਤੇ ਜਿਨ੍ਹਾਂ ਮਹਾਨ ਗੁਰਸਿੱਖਾਂ ਦੇ ਅਸੀਂ ਜਨਮ ਦਿਹਾੜੇ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਆ, ਜਿਨ੍ਹਾਂ ਦਾ ਜਨਮ ਦਿਹਾੜਾ ਅਸੀਂ ਮਨਾਉਂਦੇ ਹਾਂ, ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਅਸੀਂ ਮਨਾਉਣਾ ਕਰਦੇ ਹਾਂ। ਸਰੀਰ ਕਰਕੇ ਤਾਂ ਉਹ ਸਰੀਰਕ ਚੋਲਾ ਤੇ ਉਹਨਾਂ ਨੇ ਛੱਡਿਆ ਆ, ਪਰ ਇੱਕ ਉਹਨਾਂ ਦਾ ਆਤਮਿਕ ਜੀਵਨ ਸੀ ਜੋ ਬੜਾ ਉੱਚਾ ਸੁੱਚਾ ਸੀ। ਜਿਸ ਆਤਮਿਕ ਜੀਵਨ ਕਰਕੇ ਉਹ ਉਦੋਂ ਵੀ ਜਿਉਂਦੇ ਸਨ, ਅੱਜ ਵੀ ਜਿਉਂਦੇ ਨੇ, ਤੇ ਉਹਨਾਂ ਨੇ ਸਦਾ ਜਿਉਂਦੇ ਰਹਿਣਾ ਆ। ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਯਾਦ ਕਰਦੇ ਆ ਭਾਈ, ਉਹ ਹਮੇਸ਼ਾ ਅਮਰ ਹੁੰਦੇ ਆ, ਹਮੇਸ਼ਾ ਜਿਉਂਦੇ ਹੁੰਦੇ ਆ। ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਯਾਦ ਕਰਦੇ ਆ, ਜਿਨ੍ਹਾਂ ਦੇ ਜੀਵਨ ਬਾਰੇ ਪੜ੍ਹ ਕੇ, ਜਿਨ੍ਹਾਂ ਦੀ ਘਟਨਾ ਤੋਂ ਸੇਧ ਲੈ ਕੇ ਇੱਕ 80 ਸਾਲ ਦਾ ਬਜ਼ੁਰਗ ਵੀ ਸ਼ਰਾਬ ਪੀਣਾ ਛੱਡ ਦਿੰਦਾ ਭਾਈ, ਉਹ ਜਿਉਂਦੀਆਂ ਜ਼ਮੀਰਾਂ ਵਾਲੇ ਆ, ਉਹ ਜਿਉਂਦੇ ਆ, ਸਦਾ ਅਮਰ ਨੇ। ਭਾਵੇਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ, ਭਾਵੇਂ ਗੁਰਸਿੱਖ ਨੇ, ਭਾਵੇਂ ਗੁਰੂ ਸਾਹਿਬਾਨ ਨੇ, ਜਿਨ੍ਹਾਂ ਨੇ ਸਰੀਰਕ ਚੋਲਾ ਤੇ ਉਹਨਾਂ ਨੇ ਛੱਡਿਆ, ਪਰ ਇੱਕ ਆਤਮਿਕ ਜੀਵਨ ਕਰਕੇ ਉਹ ਸਦਾ ਹੀ ਜਿਉਂਦੇ ਹਨ, ਜੋ ਸਾਨੂੰ ਹਮੇਸ਼ਾ ਚਾਨਣ ਦਿੰਦੇ ਨੇ, ਸਾਨੂੰ ਹਮੇਸ਼ਾ ਰੋਸ਼ਨੀ ਦਿੰਦੇ ਨੇ, ਜਿਨ੍ਹਾਂ ਦੀਆਂ ਘਟਨਾਵਾਂ ਸਾਨੂੰ ਹਮੇਸ਼ਾ ਸਿੱਧੇ ਰਸਤੇ ਤੇ ਪਾਣਾ ਕਰਦੀਆਂ ਨੇ। ਐਸੇ ਮਹਾਨ ਗੁਰਸਿੱਖਾਂ ਦਾ, ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹਿਆ ਕਰੀਏ, ਬੱਚਿਆਂ ਨੂੰ ਪੜ੍ਹਾਇਆ ਕਰੀਏ, ਫਿਰ ਮੌਤ ਦਾ ਡਰ ਆਪਣੇ ਆਪ ਅੰਦਰੋਂ ਨਿਕਲ ਜਾਵੇਗਾ। ਮਹਾਰਾਜ ਪਾਤਸ਼ਾਹ ਕਹਿੰਦੇ ਪਾਹੇ ਬਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ। ਜਿਹਦਾ ਰਖਵਾਲਾ ਪ੍ਰਭੂ ਆਪ ਬਣ ਗਿਆ, ਉਹਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ
ਆਪਣੇ ਆਪ ਬੁੱਝ ਜਾਂਦੀ ਹੈ। ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ। हे ਨਾਨਕ, ਉਸ ਪ੍ਰਭੂ ਨੂੰ ਜਪਣਾ ਕਰ, ਉਸ ਪ੍ਰਭੂ ਦੇ ਨਾਮ ਨੂੰ ਧਿਆਨਾ ਕਰ ਜੋ ਪ੍ਰਭੂ ਇਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਸਿਰਜਣਾ ਕੀਤਾ, ਸਿਰਜ ਕੇ ਜੋ ਸਾਰੀ ਸ੍ਰਿਸ਼ਟੀ ਦੀ ਸਾਰ ਲੈਣਾ ਕਰਦਾ ਹੈ। हे ਨਾਨਕ, ਐਸੇ ਪ੍ਰਭੂ ਨੂੰ ਜਪਿਆ ਕਰ। ਸੋ ਸਤਿਗੁਰ ਕਰੇ ਕਿਰਪਾ, ਸਾਡੀ ਵੀ ਸਾਰਿਆਂ ਦੀ ਮਾਲਕ ਦੇ ਚਰਨਾਂ ਵਿੱਚ ਇਹੀ ਅਰਦਾਸ ਹੋ ਜਾਵੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਹੈ ਸਤਿਗੁਰੂ, ਤੇਰਾ ਨਾਮ ਜੀਵਨ ਦਾ ਆਧਾਰ ਬਣ ਜਾਵੇ, ਜਿਸ ਦੀ ਕਿਰਪਾ ਸਦਕਾ ਸਾਡੇ ਲੋਕ ਸੁਖੀਏ ਪਰਲੋਕ ਸੁਹੇਲੇ ਹੋਣੇ ਹਨ। ਸੁਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਮੁਖ ਵਾਕ ਦੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਹੋ ਜਾਂਦੀਆਂ ਹਨ। ਸਤਿਗੁਰ ਅਤੇ ਸਤਿਗੁਰ ਦੀ ਸੰਗਤ ਬਖਸ਼ਣ ਜੋਗਣ ਜੀ ਬਖਸ਼ ਲੈਣਾ। ਆਓ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਕਰਮਜੀਤ ਸਿੰਘ ਜੀ ਦੇ ਰਾਗੀ ਜਥੇ ਪਾਸੋਂ ਬੜੇ ਪਿਆਰ ਦੇ ਨਾਲ ਗੁਰਬਾਣੀ ਕੀਰਤਨ ਸ਼ਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। श्री वाहे वाहे गुरु
ਕਰੋ ਬੰਦਨਾ ਅਨਕ ਬਾਰ। ਸ਼ਰਨ ਪਰੋ ਹਰ ਰਾਇ। ਭ੍ਰਮ ਕਟਿਐ ਨਾਨਕ ਸਾਧ ਸੰਗ। ਦੁਤੀਆ ਦੁਤੀਆ ਭਉ ਮਿਟਾਏ। ਤੂੰ ਦਾਤਾ ਜੀਆਂ ਸਭਨਾ ਕਾ। ਬਸ ਹੋ ਮੇਰੇ ਮਨ ਮਾਹੀ। ਚਰਨ ਕਮਲ ਰਿਦ ਮਾਹੇ ਸਮਾਏ। ਤਹਿ ਭਰਮ ਤਹ ਭਰਮ ਅੰਧੇਰਾ ਨਾਹੀ। ਨਾਹੀ 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 ਨਾਹੀ। ਜੇ ਤੂੰ ਤੁਠਾ ਕਿਰਪਾ ਨਿਧਾਨ। ਨਾ ਦੂਜਾ ਵੇਖਾਲ। ਇਹਾ ਪਾਈ ਮੂੰ ਦਾਤੜੀ। ਇਹਾ ਪਾਈ ਮੂੰ ਦਾਤੜੀ। ਨਿਤ ਹਿਰਦੈ ਰੱਖਾਂ ਸੰਭਾਲ। ਵਾਹਿਗੁਰੂ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ।
हम थारे भिखारी जियो। प्रभु दाता दान मत पूरा, हम थारे भिखारी जियो। मैं क्या मांगूं किछ थिर ना रहाय, हर दीजै नाम प्यारी जियो। क्या मांगूं किछ थिर ना रहाय, हर दीजै नाम प्यारी जी। हर दीजै नाम प्यारी जी। तू प्रभ दाता दान मत पूरा, हम थारे भिखारी जियो। तू प्रभ दाता दान मत पूरा, हम थारे भिखारी जियो। काट काट राव रहया बनवारी, काट काट राव रहया बनवारी। जल थल महियल गुप्तो वरतै, गुर शब्दी देख निहारी जियो। जल थल महियल गुप्तो वरतै, गुर शब्दी देख निहारी जियो। गुर शब्दी देख निहारी। तू प्रभु दाता दान मत पूरा, हम थारे भिखारी जियो। तू प्रभ दाता दान मत पूरा,
हम थारे भिखारी जियो। मैं क्या मांगो किछ थिर ना रहाई, हर दीजै नाम प्यारी जी, हर दीजै नाम प्यारी। तू प्रभु दाता दान मत पूरा, हम थारे भिखारी जियो। तू प्रभु दाता दान मत पूरा, हम थारे भिखारी जियो। मरत पयाल आकाश दिखायो, गुर सतगुर कृपा तारी जियो। मरत पयाल आकाश दिखायो, गुर सतगुर कृपा तारी जियो। ब्रह्म अजोनी है पी होनी, घट भीतर देख मुरारी जियो। ब्रह्म अजोनी है पी होनी, घट भीतर देख मुरारी जी, घट भीतर देख मुरारी जी। तू प्रभु दाता दान मत पूरा, हम थारे भिखारी। प्रभु दाता दान मत पूरा, हम थारे भिखारी जियो। जन्म मरण को एहो जग बपुड़ो, इन दूजे भगत विसारी जियो। जन्म मरण को एहो जाग बपुड़ो,
ਇਨ ਦੂਜੈ ਭਗਤ ਵਿਸਾਰੀ ਜੀਓ। ਸਤਿਗੁਰ ਮਿਲੈ ਤਾਂ ਗੁਰਮਤਿ ਪਾਈਐ, ਸਾਖਤ ਬਾਜੀ ਹਾਰੀ ਜੀਓ। ਸਤਿਗੁਰ ਮਿਲੈ ਤਾਂ ਗੁਰਮਤਿ ਪਾਈਐ, ਸਾਖਤ ਬਾਜੀ ਹਾਰੀ ਜੀਓ। ਸਾਖਤ ਬਾਜੀ ਹਾਰੀ ਜੀਓ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਥਾਰੇ ਭਿਖਾਰੀ। ਸਤਿਗੁਰ ਬੰਧਨ ਤੋੜ ਨਿਰਾਰੇ, ਬਹੁੜ ਨ ਗਰਭ ਮਝਾਰੀ ਜੀਓ। ਸਤਿਗੁਰ ਬੰਧਨ ਤੋੜ ਨਿਰਾਰੇ, ਬਾਹੁੜ ਨ ਗਰਭ ਮਜਾਰੀ। ਨਾਨਕ ਗਿਆਨ ਰਤਨ ਪਰਗਾਸਿਆ, ਹਰ ਮਨ ਵਸਿਆ ਨਿਰੰਕਾਰੀ ਜੀਓ। ਨਾਨਕ ਗਿਆਨ ਰਤਨ ਪਰਗਾਸਿਆ, ਹਰ ਮਨ ਵਸਿਆ ਨਿਰੰਕਾਰੀ ਜੀਓ। ਮਨ ਵਸਿਆ ਨਿਰੰਕਾਰੀ ਜੀਓ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀ। ਮੈਂ ਕਿਆ ਮਾਂਗੂ ਕਿਛ ਥਿਰ ਨਾ ਰਹਾ, ਹਰ ਦੀਜੈ ਨਾਮ ਪਿਆਰੀ। ਮੈਂ ਕਿਆ ਮਾਂਗੂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਹਰ ਦੀਜੈ ਨਾਮ ਪਿਆਰੀ ਜੀਓ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਤਾਰੇ ਭਿਖਾਰੀ ਜੀਓ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ थारे भिखारी जिया, हम थारे भिखारी, हम थारे भिखारी।
ਸ਼ਰਨ ਪਰਿਓ ਦਰਬਾਰੇ ਸੁਆਮੀ ਸ਼ਰਨ ਪਰਿਓ ਦਰਬਾਰੇ ਸ਼ਰਨ ਪਰਿਓ ਦਰਬਾਰੇ ਸੁਆਮੀ ਸ਼ਰਨ ਪਰਿਓ ਦਰਬਾਰੇ ਸ਼ਰਨ ਪਰਿਓ ਦਰਬਾਰੇ ਸੁਆਮੀ ਸ਼ਰਨ ਪਰਿਓ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰ ਸ਼ਰਨ ਪਰਿਓ ਦਰਬਾਰੇ ਸੁਆਮੀ ਸ਼ਰਨ ਪਰਿਓ ਦਰਬਾਰੇ ਸ਼ਰਨ ਪਰਿਓ ਦਰਬਾਰੇ ਸੁਆਮੀ ਸ਼ਰਨ ਪਰਿਓ ਦਰਬਾਰੇ ਖੋਜਤ ਖੋਜਤ ਬਹੁ ਪ੍ਰਕਾਰੇ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਰਬ ਅਰਥ ਵਿਚਾਰੇ ਸਰਬ ਅਰਥ ਵਿਚਾਰੇ ਸ਼ਰਨ ਪਰਿਓ ਦਰਬਾਰੇ ਸੁਆਮੀ ਸ਼ਰਨ ਪਰਿਓ ਦਰਬਾਰ ਸ਼ਰਨ ਪਰਿਓ ਦਰਬਾਰੇ ਸੁਆਮੀ ਸ਼ਰਨ ਪਰਿਓ ਦਰਬਾਰੇ ਸਾਧ ਸੰਗ ਪਰਮ ਗਤ ਪਈਐ ਮਾਇਆ ਰਚ ਬੰਧ ਹਾਰੇ ਸਾਧ ਸੰਗ ਪਰਮ ਗਤ ਪਈਐ ਮਾਇਆ ਰਚ ਬੰਧ ਹਾਰੇ ਮਾਇਆ
ਰਚ ਬੰਦ ਹਾਰੇ। ਸ਼ਰਨ ਪਰਿਓ ਦਰਬਾਰੇ ਸੁਆਮੀ ਸ਼ਰਨ ਪਰਿਓ ਦਰਬਾਰੇ। ਸ਼ਰਨ ਪਰਿਓ ਦਰਬਾਰੇ ਸੁਆਮੀ ਸ਼ਰਨ ਪਰਿਓ ਦਰਬਾਰ। ਓਟ ਅਪਰਾਧ ਖੰਡਨ ਕੇ ਦਾਤੇ ਕੋਟ ਅਪਰਾਧ ਖੰਡਨ ਕੇ ਦਾਤੇ। ਤੁਝ ਬਿਨ ਕੌਣ ਉਧਾਰ। ਸ਼ਰਨ ਪਰਿਓ ਦਰਬਾਰੇ ਸੁਆਮੀ ਸ਼ਰਨ ਪਰਿਓ ਦਰਬਾਰ। ਸ਼ਰਨ ਪਰਿਓ ਦਰਬਾਰੇ ਸੁਆਮੀ ਸ਼ਰਨ ਪਰਿਓ ਦਰਬਾਰੇ। ਚਰਨ ਕਮਲ ਸੰਗ ਪ੍ਰੀਤ ਮਨ ਲਾਗੀ। ਸੁਰ ਜਨ ਮਿਲੇ ਪਿਆਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ। ਸੁਰ ਜਨ ਮਿਲੇ ਪਿਆਰੇ ਸੁਰ ਜਨ ਮਿਲੇ ਪਿਆਰੇ। ਸ਼ਰਨ ਪਰਿਓ ਦਰਬਾਰੇ ਸੁਆਮੀ ਸ਼ਰਨ ਪਰਿਓ ਦਰਬਾਰੇ। ਸ਼ਰਨ ਪਰਿਓ ਦਰਬਾਰੇ ਸੁਆਮੀ ਸ਼ਰਨ ਪਰਿਓ ਦਰਬਾਰੇ। ਨਾਨਕ ਆਨੰਦ ਕਰੇ ਹਰ ਜਪ ਜਪ। ਨਾਨਕ ਆਨੰਦ ਕਰੇ ਹਰ ਜਪ ਜਪ। ਸਗਲੇ ਰੋਗ ਨਿਵਾਰੇ ਸਗਲੇ ਰੋਗ ਨਿਵਾਰੇ ਸਗਲੇ ਰੋਗ ਨਿਵਾਰੇ। ਸ਼ਰਨ ਪਰਿਓ ਦਰਬਾਰੇ ਸੁਆਮੀ ਸ਼ਰਨ ਪਰਿਓ ਦਰਬਾਰੇ। ਸ਼ਰਨ ਪਰਿਓ ਦਰਬਾਰੇ ਸੁਆਮੀ ਸ਼ਰਨ ਪਰਿਓ ਦਰਬਾਰ। ਕੋਟ ਅਪਰਾਧ ਖੰਡਨ ਕੇ ਦਾਤੇ ਕੋਟ ਅਪਰਾਧ
खंडन के दाते, तुझ बिन कौन उधार। शरण पर्यो दरबारे, स्वामी शरण पर्यो दरबार। शरण पर्यो दरबारे, स्वामी शरण पर्यो दरबार। शरण पर्यो दरबारे, शरण पर्यो दरबारे। राम नाम गुण गावे हर जन, राम नाम गुण गावे। राम नाम गुण गावे हर जन, राम नाम गुण गावे। राम नाम गुण गावे हर जन, राम नाम गुण गावे। जे कोई निंद करे हर जन की, अपना गुण न गवावे। जे कोई निंद करे हर जन की, अपना गुण न गवावे। राम नाम गुण गावे हर जन, राम नाम गुण गावे। राम नाम गुण गावे हर जन, राम नाम गुण गावे। जो किछ करे सो आपे स्वामी, हरे आपे कार कमावे। हरे आपे ही मत देव स्वामी, हरे आपे बोल बुलावे। जो किछ करे सो आपे स्वामी, हरे आपे कार कमावे। हरे आपे ही मत देव स्वामी, हरे आपे बोल बुलावे। राम नाम गुण गावे हर जन, राम नाम गुण गावे। राम नाम गुण गावे हर जन, राम नाम गुण गावे। जे कोई निंद करे हर जन की, अपना गुण ना गवावे। जे कोई निंद करे हर जन की, अपना गुण ना गवावे। राम नाम गुण गावे हर जन, राम नाम गुण गावे। राम नाम गुण गावे हर जन, राम नाम गुण गावे।
ਆਪੇ ਪੰਚ ਤਾਤ ਵਿਸਥਾਰ ਵਿੱਚ ਧਾਤੂ ਪੰਜ ਆਪ ਪਾਵੇ। ਜਨ ਨਾਨਕ ਸਤਿਗੁਰ ਮਿਲ ਆਪੇ ਹਰਿ ਆਪੇ ਝਗਰ ਚੁਕਾਵੇ। ਹਰ ਆਪੇ ਪੰਜ ਤਾਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਪਾਵੇ। ਜਨ ਨਾਨਕ ਸਤਿਗੁਰ ਮਿਲ ਆਪੇ ਹਰਿ ਆਪੇ ਝਗਰ ਚੁਕਾਵੇ। ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ। ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ। ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ। ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ। ਹਰ ਜਨ ਰਾਮ ਨਾਮ ਗੁਣ ਗਾਵੇ। ਹਰ ਜਨ ਰਾਮ ਨਾਮ ਗੁਣ ਗਾਵੇ। ਮਿੱਤਰ ਪਿਆਰੇ ਨੋ ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੋ ਹਾਲ ਮੁਰੀਦਾਂ ਦਾ ਕਹਿਣਾ। ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੋ ਹਾਲ ਮੁਰੀਦਾਂ ਦਾ ਕਹਿਣਾ। ਹਾਲ ਮੁਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਓਢਣ। ਤੁਧ ਬਿਨ ਰੋਗ ਰਜਾਈਆਂ ਦਾ ਓਢਣ। ਨਾਗ ਨਿਵਾਸਾਂ ਦੇ ਰਹਿਣਾ। ਨਾਗ ਨਿਵਾਸਾਂ ਦੇ ਰਹਿਣਾ। ਨਾਗ ਨਿਵਾਸਾਂ ਦੇ ਰਹਿਣਾ। ਮਿੱਤਰ ਪਿਆਰੇ ਨੋ ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੋ ਹਾਲ ਮੁਰੀਦਾਂ ਦਾ ਕਹਿਣਾ। ਹਾਲ ਮੁਰੀਦਾਂ ਦਾ ਕਹਿਣਾ।
ਸੁਰਾਹੀ ਖੰਜਰ ਪਿਆਲਾ। ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਬਿੰਗ ਕਸਾਈਆਂ ਦਾ ਸਹਿਣਾ, ਬਿੰਗ ਕਸਾਈਆਂ ਦਾ ਸਹਿਣਾ। ਮਿੱਤਰ ਪਿਆਰੇ ਨੋ ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੋ ਹਾਲ ਮੁਰੀਦਾਂ ਦਾ ਕਹਿਣਾ। ਹਾਲ ਮੁਰੀਦਾਂ ਦਾ ਕਹਿਣਾ। ਯਾਰੜੇ ਦਾ ਸਾਨੂੰ ਸੱਥਰ ਚੰਗਾ। ਯਾਰੜੇ ਦਾ ਸਾਨੂੰ ਸੱਥਰ ਚੰਗਾ। ਪਟ ਖੇੜਿਆਂ ਦਾ ਰਹਿਣਾ। ਪਟ ਖੇੜਿਆਂ ਦਾ ਰਹਿਣਾ। ਪਟ ਖੇੜਿਆਂ ਦਾ ਰਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਓਡਣ। ਤੁਧ ਬਿਨ ਰੋਗ ਰਜਾਈਆਂ ਦਾ ਓਡਣ। ਨਾਗ ਨਿਵਾਸਾਂ ਦੇ ਰਹਿਣਾ। ਨਾਗ ਨਿਵਾਸਾਂ ਦੇ ਰਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਹਾਲ ਮੁਰੀਦਾਂ ਦਾ ਕਹਿਣਾ। ਹਾਲ ਮੁਰੀਦਾਂ ਦਾ ਕਹਿਣਾ।
कियो श्रृंगार मिलन के ताई, हर नाम मिले जग जीवन गुसाई। कियो श्रृंगार मिलन के ताई, हर नाम मिले जग जीवन गुसाई। हर नाम मिले जग जीवन गोसाई। हर नाम मिले जग जीवन गोसाई। कियो श्रृंगार मिलन के ताई, हर नाम मिले जग जीवन गोसाई। कियो मिलन के ताई, हर नाम मिले जग जीवन गुसाई। हर नाम मिले जग जीवन गोसाए। हर नाम मिले जग जीवन गोसाए। कियो श्रृंगार मिलन के ताई, हर नाम मिले जग जीवन गोसाई। कियो श्रृंगार मिलन के ताई, हर नाम मिले जग जीवन गोसाई। हर मेरो पेर हों हर की बहोरिया। राम बड़े मैं तन लहोरिया। हर मेरो पेर हों हर की बहोरिया। राम बड़े मैं तनक लहोरिया। राम बड़े मैं तनक लहोरिया। राम बड़े मैं तनक लहोरिया। कियो श्रृंगार मिलन के ताई, हर नाम मिले जग जीवन गोसाई। श्रृंगार मिलन के ताई, हर नाम मिले जग जीवन गोसाई। तन फिर एक संग बसेरा। सेज एक पै मिलन दोहेरा।
ਧਨ ਫਿਰ ਏਕ ਸੰਗ ਬਸੇਰਾ, ਸੇਜ ਏਕ ਪੈ ਮਿਲਨ ਲੋਹੇਰਾ, ਸੇਜ ਏਕ ਪੈ ਮਿਲਨ ਦੋਹੇਰਾ। ਸੇਜ ਏਕ ਪੈ ਮਿਲਨ ਦੋਹੇਰਾ, ਕਿਓ ਸ਼ਿੰਗਾਰ ਮਿਲਨ ਕੇ ਤਾਈ, ਹਰ ਨਾਮ ਮਿਲ ਜਗ ਜੀਵਨ ਗੁਸਾਈ, ਕਿਓ ਸ਼ਿੰਗਾਰ ਮਿਲਨ ਕੇ ਤਾਈ, ਹਰ ਨਾਮ ਮਿਲ ਜਗ ਜੀਵਨ ਗੁਸਾਈ, ਹਰ ਨਾਮ ਮਿਲੇ ਜਗ ਜੀਵਨ ਗੁਸਾਈ, ਹਰ ਨਾਮ ਮਿਲੇ ਜਗ ਜੀਵਨ ਗੁਸਾਈ, ਕਿਓ ਸ਼ਿੰਗਾਰ ਮਿਲਨ ਕੇ ਤਾਈ, ਹਰ ਨਾਮ ਮਿਲੇ ਜਗ ਜੀਵਨ ਗੁਸਾਏ। ਧਨ ਸੁਹਾਗਨ ਜੋ ਪੀ ਭਾਵੇ, ਕਹਿ ਕਬੀਰ ਫਿਰ ਜਨਮ ਨ ਆਵੇ। ਧਨ ਸੁਹਾਗਨ ਜੋ ਪੀ ਪਾਵੇ, ਕਹਿ ਕਬੀਰ ਫਿਰ ਜਨਮ ਨ ਆਇਆ, ਕਹਿ ਕਬੀਰ ਫਿਰ ਜਨਮ ਨ ਆਵੇ। ਕਹਿ ਕਬੀਰ ਫਿਰ ਜਨਮ ਨ ਆਵੇ, ਕਿਓ ਸ਼ਿੰਗਾਰ ਮਿਲਨ ਕੇ ਤਾਈ, ਹਰ ਨਾਮ ਮਿਲ ਜਗ ਜੀਵਨ ਗੁਸਾਈ, ਕਿਓ ਸ਼ਿੰਗਾਰ ਮਿਲਨ ਕੇ ਤਾਈ, ਜਗ ਜੀਵਨ ਗੁਸਾਈ, ਹਰ ਨਾਮ ਮਿਲੇ ਜਗ ਜੀਵਨ ਗੁਸਾਈ, ਹਰ ਨਾਮ ਮਿਲੇ ਜਗ ਜੀਵਨ ਗੁਸਾਈ, ਕਿਓ ਸ਼ਿੰਗਾਰ ਮਿਲਨ ਕੇ ਤਾਈ, ਹਰ ਨਾਮ ਮਿਲੇ ਜਗ ਜੀਵਨ ਗੁਸਾਈ, ਕਿਓ ਸ਼ਿੰਗਾਰ ਮਿਲਨ ਕੇ ਤਾਈ, ਹਰ ਨਾਮ ਮਿਲੇ ਜਗ ਜੀਵਨ ਗੁਸਾਈ, ਹਰ ਨਾਮ ਮਿਲੇ ਜਗ ਜੀਵਨ ਗੁਸਾਈ, ਹਰ ਨਾਮ ਮਿਲੇ ਜਗ ਜੀਵਨ ਗੁਸਾਈ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ,
ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸਿੱਠੇ ਸਭ ਦੁਖ ਜਾਏ ਸਿੱਠੇ ਸਭ ਦੁਖ ਜਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸਿੱਠੇ ਸਭ ਦੁਖ ਜਾਏ ਸਿੱਠੇ ਸਭ ਦੁਖ ਜਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਘਰ ਨਾਮ ਨਿਦ ਆਵੈ ਥਾਏ ਸਭ ਥਾਈ ਹੋਏ ਸਹਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਸਿੱਠੇ ਸਭ ਦੁਖ ਜਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਸਿੱਠੇ ਸਭ ਦੁਖ ਜਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਡਿਠੇ ਸਭ ਦੁਖ ਜਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਹਰਿ ਕ੍ਰਿਸ਼ਨ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਡਿਠੇ ਸਭ ਦੁਖ ਜਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਹਰਿ ਕ੍ਰਿਸ਼ਨ ਕ੍ਰਿਸ਼ਨ ਧਿਆਈਐ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਘਰ ਨਾਮ ਨਿਦ ਆਵੈ ਥਾਏ ਸਭ ਥਾਈ ਹੋਏ ਸਹਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਡਿਠੇ ਸਭ ਦੁਖ ਜਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਡਿਠੇ ਸਭ ਦੁਖ ਜਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਵੱਡਾ ਤੇਰਾ ਦਰਬਾਰ ਸੱਚਾ ਤੂੰ ਤਖਤ ਸਿਰਸਾਹ ਪਾਤਸ਼ਾਹ ਨੇਚਲ ਚੌਰ ਸਤ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਪ੍ਰੰਗ ਅਨੇਕ ਨ ਜਪਨ ਕਰਤਬਾ ਦੁਨੀਆ ਅੰਦਰ ਜੀਓ ਸਭ ਕੀ ਜਾਣ ਲਾ ਸਭ ਕੀ ਤੇਰਾ ਵਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਧ ਕਰ ਮਾਣ ਮਹੱਤਾ ਤੇਜ ਆਪਣਾ ਆਪ ਚਰ ਸਰਬ ਕਲਾ ਭਰਪੂਰ ਦੀ ਸਹਿਜਤ ਕਤਾ ਨਾਨਕ ਦਾਸਨ ਦਾਸ ਤੁਲਿਆ ਗਏ ਬਿਨਵਤਾ ਤੇਰਾ ਨਾਮ ਸੱਚ ਹੈ ਵਾਹਿਗੁਰੂ। ਬੜੀ ਵੱਡੀ ਵੱਡਾ ਹੈ ਪਾਰ ਤੇਰਾ ਮਰਤਬਾ
ਰੰਗ ਪ੍ਰੰਗ ਅਨੇਕ ਨਾ ਜਾਪਨ ਕਰਤਬਾ ਜੀਆਂ ਅੰਦਰ ਜੀਉ ਸਭ ਕਿਸ ਜਾਣ ਲਾ ਸਭ ਕਿ ਤੇਰੇ ਬਸ ਤੇਰਾ ਘਰ ਭਲਾ ਤੇਰੇ ਕਰ ਆਨੰਦ ਵਧਾਈ ਤੁਧ ਘਰ ਮਾਨ ਮਹੱਤਾ ਤੇ ਜੇ ਆਪਣਾ ਆਪ ਜਰ ਸਰਬ ਕਲਾ ਭਰਪੂਰ ਦੀਸੇ ਜਤ ਕਥਾ ਨਾਨਕ ਦਾਸਨ ਦਾ ਤੁਧ ਆਗੇ ਬਿਨਵਤਾ ਸਲੋ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ